सत श्री अकाल जी, मैं हाँ पुनीत। एक बार फिर तो हाजिर हाँ तुहाडे सामने तुहानू अपडेटेड रखण नूं, क्योंकि घर बैठे हुए हो पर इनफॉर्मेशनस जिहड़ियां ने वो सारियां तुहानू चाहीदियां ने ते हर लिहाज नाल कुछ फिल्टर्ड ते कुछ अनफिल्टर्ड दोवें तरीके दियां अपनी रिस्पॉन्सिबिलिटी समझदे होए तुहानू इनफॉर्मेशन असीं दे रहे हैं ते वख-वख उन्हां पर्सनैलिटीज़ नाल मिला रहे हैं जिहड़ियां कि तुहानू इस वक्त दा सच विखा सकदियां ने। सो पर्सनैलिटीज़ असीं जरूर पुण के लैके आउने आ। कोशिश यही रहती है कि हर पक्ष असीं जानीए, हर पक्ष तुहाडे तक पहुंचाइए। सो अज इसे कड़ी दे विच साडे नाल घुम्मन ब्रदर्स मौजूद हैगे ने। पंजाब हरियाणा हाई कोर्ट दे इक अजिहे वकील जिहड़े दोवें भरा शायद जिहड़े पंजाब दे हाई प्रोफाइल केसेस सिंगर्स दे नाल जुड़े हुए, कलाकारां दे नाल जुड़े हुए, वो इन्हां ते ज़्यादा विश्वास करदे हैगे आ, क्योंकि इन्हां नूं लगदा है कि इह फेयर तरीके दे नाल उन्हां दी गल नूं कोर्ट विच रखणगे ते फिर जिहड़े सिੱਟੇ निकलणगे वो उन्हां दे फेवर विच निकलणगे। सो एक विश्वास हुंदा, हर किसी दी अपनी पसंद भी हुंदी, विश्वास भी हुंदा। पर अज जिहड़ियां गल्लां करनियां ने हो सकदा है कि दर्शकां नूं थोड़ियां जिहियां कौड़ियां जरूर लगन। सब तो पहला स्वागत कर लैंदे आ, फिर उस तो बाद आपां सवाल लवांगे। बहुत-बहुत स्वागत है जी। हाँ जी, सत श्री अकाल प्रीत जी, सत श्री अकाल। हाँ जी, अच्छा, मैं सब तो पहले गल जानना चाहांगी कि मतलब बाकी दी गल्लां ते आपां बाद च आउने आ। हुण परमीश वर्मा केस होए, गिप्पी गरेवाल रैंसम केस होए, एली वांगड़ केस होए, वट्टा गरेवाल केस होए, ਇਹ जिन्ने भी केसेस हुंदे आ इन्हां दे विच तुहानू ही क्यों पहल जिहड़ी तरजीह दित्ती जांदी है? मतलब व्हाई यू आर द फर्स्ट चॉइस इन फॉर सिंगर्स? ਇਹਦੇ ਵਿੱਚ ਪਨੀਤ ਜੀ ਮੈਂ ਥੋੜਾ ਜਿਹਾ ਚਲੋ ਤੁਹਾਡਾ ਕੁਐਸਚਨ ਬੜਾ ਵਧੀਆ ਹੈ ਨਾ, ਤੁਸੀਂ ਪੁੱਛਿਆ ਹੈ ਸਟਾਰਟਿੰਗ ਦੇ ਵਿੱਚ ਹੀ। ਦੇਖੋ ਦੋ ਤਿੰਨ ਰੀਜ਼ਨਸ ਨੇ। ਇੱਕ ਤਾਂ ਸਾਡੀ ਜਿਹੜੀ ਪ੍ਰੈਕਟਿਸ ਹੈ ਉਹ ਕ੍ਰਿਮੀਨਲ ਸਾਈਡ ਤੋਂ ਹੈਗੀ ਹੈ ਜੀ। ਤਾਂ ਮੋਸਟਲੀ ਜਿਹੜੀਆਂ FIRs ਰਜਿਸਟਰਡ ਹੋਈਆਂ ਨੇ, ਜਿਵੇਂ ਮੋਹਾਲੀ ਹੋਈ ਸੀ, ਪਰਮੇਸ਼ ਵਾਲੀ ਸੀਗੀ, ਉਹ 307 ਵਾਲਾ ਜਿਹੜਾ ਦਿਲਪ੍ਰੀਤ ਬਾਬੇ ਵਾਲਾ ਗੈਂਗਸਟਰ ਸੀਗਾ ਮਾਮਲਾ ਜੀ, ਉਹ ਮਾਮਲਾ ਸੀਗਾ, ਜਾਂ ਉਹ ਰੈਂਸਮ ਵਾਲਾ ਸੀਗਾ ਗਿੱਪੀ ਗਰੇਵਾਲ ਵਾਲਾ। ਸੋ ਇਹ ਸਾਰੇ ਮੈਟਰ ਜਿਹੜੇ ਸੀ ਰਿਲੇਟਡ ਟੂ ਕ੍ਰਿਮੀਨਲ ਲਾਅ ਨਾਲ ਸੀਗੇ ਜੀ। ਤਾਂ ਸਾਡੀ ਜਿਹੜੀ ਪ੍ਰੈਕਟਿਸ ਹੈਗੀ ਹੈ ਤਾਂ ਕ੍ਰਿਮੀਨਲ ਸਾਈਡ ਤੋਂ ਹੈਗੀ ਹੈ ਜੀ, ਫਰੋਮ ਦਾ ਵੈਰੀ ਫਸਟ ਜਦੋਂ ਅਸੀਂ ਸਟਾਰਟ ਕੀਤਾ ਹੈ। ਤੇ ਹੁਣ ਉਹ ਜਿਹੜੀ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਅਸੀਂ ਆਪਣਾ ਜਿਹੜਾ ਕੰਮ ਹੈ, ਹਾਂ ਇਹ ਜ਼ਰੂਰ ਹੈ ਕਿ ਅਸੀਂ ਦੋਨੇ ਬ੍ਰਦਰਸ ਪੂਰੀ ਡੈਡੀਕੇਸ਼ਨ ਨਾਲ ਕੋਰਟ ਦੇ ਵਿੱਚ ਅਪੀਅਰੈਂਸ ਟਾਈਮ ਵੀ ਤੇ ਹਰ ਟਾਈਮ ਲਈ। ਬਾਕੀ ਤਾਂ ਫਿਰ ਉਹ ਚੁਆਇਸ ਤਾਂ ਦੇਖੋ ਕਲਾਇੰਟਸ ਦੇ ਉੱਪਰ, ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕਿਉਂ ਸਾਨੂੰ ਸਪੈਸ਼ਲ ਕਰਦੇ ਨੇ। ਤੇ ਤਾਂ ਚਲੋ ਪਰਮਾਤਮਾ ਦੀ ਬਲੈਸਿੰਗਸ ਨੇ ਜੀ ਸਾਰਿਆਂ ਦੀਆਂ। ਸੋ ਇਹ ਹੈਗੀ ਜੀ ਗੱਲ ਜੀ। ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰਾਂਗੇ, ਮਾਮਲਿਆਂ ਤੇ ਹੋਰ ਵੀ ਗੱਲ ਕਰਨਾ ਹੈ, ਕੁਝ ਜੈਨਰਿਕ ਗਰਾਊਂਡਸ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਸਿੱਧੂ ਮੂਸੇਵਾਲੇ ਤੋਂ, ਕਿਉਂਕਿ ਇਹ ਤਾਜ਼ਾ ਮਾਮਲਾ ਹੈ। ਹੁਣ ਜੇ ਅਸੀਂ ਗੱਲ ਕਰੀਏ, ਮਤਲਬ ਵੀਡੀਓ ਸਾਰਿਆਂ ਨੇ ਦੇਖਣੀਆਂ, ਸਿੱਧੂ ਮੂਸੇਵਾਲੇ ਦੀ ਵੀਡੀਓ ਵੈਸੇ ਵੀ ਕੋਈ ਹੋਏ ਤੇ ਵਾਇਰਲ ਹੋ ਹੀ ਜਾਂਦੀ ਹੈਗੀ ਆ। ਕਿਸੇ ਤਰ੍ਹਾਂ ਦੀ ਬਲੈਸਿੰਗ ਜਿਹੜੀ ਆ ਉਹਨਾਂ ਤੇ ਵੀ ਆ, ਪਰ ਇਹ ਬਲੈਸਿੰਗ ਜਿਹੜੀ ਹੈ ਇਹ ਹਰ ਤਰ੍ਹਾਂ ਨਾਲ ਨਜ਼ਰ ਨਹੀਂ ਆ ਰਹੀ, ਕਿਉਂਕਿ ਗਲਤੀ ਕੀਤੀ, ਇੱਕ ਵਾਰੀ ਕੀਤੀ ਸਮਝ ਆ ਗਈ, ਦੋ ਵਾਰੀ ਕੀਤੀ ਮਤਲਬ ਉਹੀ ਗਲਤੀ ਰਿਪੀਟਡਲੀ ਕੀਤੀ। ਫਿਰ ਉਸ ਤੋਂ ਬਾਅਦ ਜਦੋਂ ਆਪਾਂ ਆਫ ਦ ਰਿਕਾਰਡ ਵੀ ਗੱਲ ਕਰ ਰਹੇ ਸੀਗੇ, ਤੁਸੀਂ ਬਿਲਕੁਲ ਆਪਣੀ ਡਿਸਸੈਟਿਸਫੈਕਸ਼ਨ ਜਿਹੜੀ ਹੈ ਉਹ ਜਤਾਈ ਕਿ ਜਦ ਆਪਾਂ ਗੱਲ ਕਰਦੇ ਹਾਂ ਬਾਕੀ ਸਿੰਗਰਸ ਦੇ ਉੱਤੇ, ਕੋਈ ਕਿਸੇ ਫਿਲਮ ਦੇ ਵਿੱਚ ਕੰਮ ਵੀ ਕਰਦਾ ਹੈ, ਕੋਈ ਹਥਿਆਰਾਂ ਨੂੰ ਪ੍ਰਮੋਟ ਵੀ ਕਰਦਾ ਹੈ, ਕੇਸ ਉਸ ਤੇ ਵੀ ਵੱਡੇ ਵੱਡੇ ਲੱਗ ਜਾਂਦੇ ਨੇ। ਪਰ ਜਿੱਥੇ ਸਿੱਧੂ ਮੂਸੇਵਾਲੇ ਦੀ ਗੱਲ ਹੁੰਦੀ ਆ, ਜਾਂ ਜਿੱਥੇ ਇਸ ਵਾਰੀ ਸਿੱਧੂ ਮੂਸੇਵਾਲੇ ਦੀ ਗੱਲ ਹੋਈ, ਉੱਥੇ 188 ਜਾਂ 51 ਲਗਾ ਕੇ ਉਹ ਬਸ ਉਹ ਗੱਲ ਜਿਹੜੀ ਹੈ ਉਹ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਉਹਨੇ ਚਾਰਜਸ ਜਿੰਨੇ ਲੱਗਣੇ ਚਾਹੀਦੇ ਸੀ ਜਿਸ ਤਰੀਕੇ ਦੇ ਨਾਲ, ਕਿਉਂਕਿ ਪ੍ਰੋਹਿਬਿਟਡ ਵੈਪਨ ਚਲਾਉਣਾ ਇਹ ਇੱਕ ਬਹੁਤ ਹੀ ਵੱਡੀ ਸਰਗਰਮੀ ਦੇ ਅੰਡਰ ਆਉਂਦਾ ਹੈ, ਸੋ ਉਸ ਨੂੰ ਉਸ ਤਰ੍ਹਾਂ ਨਾਲ ਡੀਲ ਨਹੀਂ ਕੀਤਾ ਗਿਆ। ਸੋ ਤੁਸੀਂ ਇਸ ਬਾਰੇ ਕੀ ਕਹੋਗੇ? ਕਿਸ ਤਰ੍ਹਾਂ ਨਾਲ ਤੁਸੀਂ ਡਿਸਸੈਟਿਸਫਾਈ ਹੋ? ਸਿੱਧੇ ਸਿੱਧੇ ਪੰਜਾਬ ਪੁਲਿਸ ਤੇ ਸਵਾਲ ਚੱਕ ਰਹੇ ਹੋ। ਦੇਖੋ ਇਹਦੇ ਵਿੱਚ ਮੈਂ ਸਟਾਰਟਿੰਗ ਕਰੂੰਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਰੀਸੈਂਟਲੀ ਇੱਕ ਫਿਲਮ ਸ਼ੂਟਰ ਆਈ ਸੀ ਪੰਜਾਬ ਦੇ CM ਨੇ ਇਨੀਸ਼ੀਅਲੀ ਉਸ ਮੈਟਰ ਨੂੰ ਇਮੀਡੀਏਟਲੀ ਟੇਕਅਪ ਕੀਤਾ ਤੇ ਫਿਲਮ ਨੂੰ ਬੈਨ ਕੀਤਾ। DGP ਸਾਹਿਬ ਵੱਲੋਂ ਹੁਕਮ ਹੋਇਆ, ਬੈਨ ਹੀ ਨਹੀਂ ਹੋਈ, ਈਵਨ ਉਹਦਾ ਪ੍ਰੋਡਿਊਸਰ, ਡਾਇਰੈਕਟਰ, ਉਹਦਾ ਸਾਰੀ ਸਟੋਰੀ ਰਾਈਟਰ ਸੀਗਾ, ਉਹਨਾਂ ਸਾਰਿਆਂ ਦੇ ਵਿੱਚ ਉਹਦੇ ਵਿੱਚ ਜਿਹਦੀ ਅੱਜ ਅਸੀਂ ਬੇਲ ਅੱਜ ਪ੍ਰੈਸ ਕੀਤੀ ਹੈ, ਵੱਡਾ ਗਰੇਵਾਲ, ਉਹ ਵੀ ਮੇਰੇ ਖਿਆਲ ਅਸਿਸਟੈਂਟ ਐਕਟਰ ਸੀਗਾ ਜਿਹਦੇ ਵਿੱਚ। ਉਹ ਮੂਵੀ ਹਜੇ 2 ਮਹੀਨੇ ਪਹਿਲਾਂ ਬੈਨ ਹੋਈ। ਦੇਖੋ ਉਹਦਾ ਮੈਂ ਕਿਹਾ KV ਢਿੱਲੋਂ ਹੈਗਾ ਲੜਕਾ ਜਿਹਨੇ ਉਹ ਮੂਵੀ ਬਣਾਈ ਸੀ। ਇੱਕ ਮੂਵੀ ਨੇ ਬਣਾਉਣ ਲਈ ਕਿੰਨੇ ਪੈਸੇ ਵੀ ਲੱਗਦੇ ਨੇ, ਸਾਰਾ ਹਨਾ ਮਿਹਨਤ ਵੀ ਲੱਗਦੀ ਹੈ। ਦੇਖੋ ਸਟੇਟ ਨੇ ਬੜਾ ਸੀਰੀਅਸਲੀ ਇਸ ਮੈਟਰ ਨੂੰ, ਸਾਡੇ ਜਿਹੜੇ CM ਸਾਹਿਬ ਨੇ ਉਹਨਾਂ ਨੇ ਲੈ ਲਿਆ ਜੀ ਵੀ ਆਪਾਂ ਇਹਨੂੰ ਬੈਨ ਕਰਦੇ ਹਾਂ। ਕਿਉਂਕਿ ਰੀਜ਼ਨ ਕੀ ਹੈ ਕਿ ਆਪਾਂ, ਕਿਉਂਕਿ ਉਹ ਬਣੀ ਸੀਗੀ ਮੇਰੇ ਖਿਆਲ ਚੋਂ ਜਿਹੜਾ ਲੜਕਾ ਹੈਗਾ ਇੱਕ ਗੈਂਗਸਟਰ ਸੁੱਖਾ ਕਾਲੂਆਂ, ਉਹਨਾਂ ਦੀ ਸਟੋਰੀ ਦੇ ਉੱਪਰ। ਹਾਂਜੀ, ਸੁੱਖਾ ਕਾਲੂਆਂ ਜਿਹੜਾ ਉਹ ਪਿੱਛੇ ਜੇ ਉਹਨਾਂ ਨੂੰ ਹਨਾ ਮਾਰਿਆ ਸੀਗਾ ਫਗਵਾੜੇ ਦੇ ਲਾਗੇ। ਸੋ ਉਹਦੀ ਜਿਹੜੀ ਸੀਗੀ ਸਟੋਰੀ, ਉਹਦੀ ਲਾਈਫ ਦੇ ਉੱਪਰ ਜੋ ਵੀ ਬਣਿਆ ਸੀਗਾ ਹਨਾ, ਕਿਉਂਕਿ ਮੈਂ ਤਾਂ ਮੂਵੀ ਵੈਸੇ ਦੇਖੀ ਨਹੀਂ ਬੇਸਿਕਲੀ, ਪਰ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗਿਆ ਜੀ ਕਿ ਮੂਵੀ ਤਾਂ ਬੈਨ ਕਰ ਦਿੱਤੀ ਗਈ ਹੈ। ਰੀਜ਼ਨ ਹੈ ਕਿ ਆਪਾਂ ਗੈਂਗਸਟਰਸ ਤੇ ਪਲੱਸ ਜਿਹੜੇ ਹਥਿਆਰ ਨੇ
ਔਰ ਥਰਡ ਜਿਹੜੇ ਡਰੱਗਸ ਨੇ ਇਹਨਾਂ ਨੂੰ ਪ੍ਰਮੋਟ ਨਾ ਕਰੀਏ। ਹਜੇ ਆਪਾਂ ਮੈਰਿਟ ਤੇ ਬਾਅਦ ਚ ਆਉਂਦੇ ਹਾਂ ਹੋਣ ਵਾਲੇ ਮਾਮਲੇ ਤੇ, ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿੰਦਾ ਜੀ। ਉਸ ਤੋਂ ਕੁਝ ਟਾਈਮ ਬਾਅਦ ਹੀ ਇਹ ਜਿਹੜਾ ਸਿੱਧੂ ਮੂਸੇਵਾਲਾ ਜੀ, ਇਹਨੂੰ ਇਹਨਾਂ ਨੇ ਲੁਧਿਆਣਾ ਪੁਲਿਸ ਨੇ ਪਿੱਛੇ ਜੇ ਇਸ ਕਰਕੇ ਕਾਲ ਕੀਤਾ, ਸਾਡੇ ਸਾਰਿਆਂ ਦੇ ਧਿਆਨ ਚ 2 ਮਹੀਨੇ ਪਹਿਲਾਂ ਇਸ ਕਰਕੇ ਕਾਲ ਕੀਤਾ ਲੁਧਿਆਣੇ ਕਿ ਜੀ ਇਹ ਜਿਹੜਾ ਹੈਗਾ ਤੁਸੀਂ ਗਾਣਿਆਂ ਨੂੰ ਕਿਉਂ ਪ੍ਰਮੋਟ ਕਰਦੇ ਹੋ, ਇਹਨਾਂ ਜਿਹੜੇ ਹਥਿਆਰ ਨੇ ਇਹਨਾਂ ਨੂੰ ਤੂੰ ਕਿਉਂ ਪ੍ਰਮੋਟ ਕਰ ਰਿਹਾ, ਡਰੱਗਸ ਬਾਰੇ ਨਹੀਂ ਸਿਰਫ ਹਥਿਆਰਾਂ ਬਾਰੇ। ਚਲੋ ਇਹਨੂੰ ਉੱਥੇ ਬੁਲਾਇਆ ਗਿਆ, 41D ਚ ਪੈਮਾਨੇ ਕੀਤੇ ਗਏ ਹਨਾ, ਸਾਰਿਆਂ ਨੇ ਦੇਖਿਆ ਕਿ ਇਹਨੂੰ ਰੈਗੂਲਰਲੀ ਉਹ ਬੁਲਾ ਰਹੇ ਨੇ। ਅਲਟੀਮੇਟਲੀ ਕੋਈ ਛੋਟੀ ਮੋਟੀ ਕਾਰਵਾਈ ਕਰਕੇ ਉਹਦੇ ਤੇ ਕਾਰਵਾਈ ਹੋ ਗਈ। ਹਜੇ ਉਹ ਮਹੀਨੇ 2 ਨਹੀਂ ਬੀਤੇ ਤਾਂ ਸਾਡੇ ਜਿਹੜੇ ਨੇਬਰਿੰਗ ਡਿਸਟ੍ਰਿਕਟ ਨੇ ਲੁਧਿਆਣੇ ਦੇ ਨਾਲ, ਬਿਲਕੁਲ ਸੰਗਰੂਰ ਵੀ ਪੈਂਦਾ ਹੈ, ਅੱਧੇ ਘੰਟੇ ਦਾ ਰਾਹ ਹੋਊਗਾ, ਨਾਲ ਬਰਨਾਲਾ ਹੈ, ਉੱਥੇ ਓਪਨਲੀ ਉਹੀ ਖਾਕੀ ਵਰਦੀ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਹਥਿਆਰ ਫੜਾ ਰਹੀ ਹੈ। ਔਰ ਦੇਖੋ AK-47 ਜਿਹੜਾ ਰਾਈਫਲ ਹੈਗੀ ਹੈ ਨਾ, ਗਨ ਕਹਿ ਲਈਏ, ਇਹਨੂੰ ਚੁੱਕਣ ਲਈ ਕਿੰਨਾ ਹੌਸਲਾ ਜਿਹੜਾ ਪਹਿਲਾਂ ਉਹ ਤਿਆਰ ਕਰਦੇ ਨੇ ਜੀ, ਜਦੋਂ ਟ੍ਰੇਨਿੰਗਸ ਹੁੰਦੀਆਂ ਨੇ। ਉਹ ਦੇਖੋ ਤੁਸੀਂ, ਉਹ ਕਿੰਨਾ ਕੁ ਉਹਨੂੰ ਕੰਫਰਟ ਜ਼ੋਨ ਚ ਪਹੁੰਚਾਤਾ ਇਹਨਾਂ ਨੇ ਕਿ ਉਹ ਈਜ਼ੀਲੀ ਉੱਥੇ ਖੜ ਕੇ ਤਿਆਰੀ ਕਰ ਰਹੇ ਨੇ, ਟ੍ਰੇਨਿੰਗ ਕਰ ਰਹੇ ਨੇ, ਜੋ ਵੀ ਕਰ ਰਹੇ ਨੇ। ਸੋ ਹੁਣ ਇੱਥੇ ਆ ਕੇ ਜਿਹੜਾ ਇੱਕ ਮੁੱਦਾ ਆਇਆ ਕਿ ਜੀ ਜਿਵੇਂ ਵੀਡੀਓ ਕਲਿੱਪਸ ਸਿੱਧੂ ਮੂਸੇਵਾਲੇ ਦੀਆਂ ਆ ਗਈਆਂ, ਹੁਣ ਉਹ ਕਲਿੱਪਸ ਦੇ ਬੇਸ ਦੇ ਉੱਪਰ ਇਹਨਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਆਪਾਂ ਇਹਨੂੰ ਪਹਿਲਾਂ ਸਿੱਟ ਬਿਠਾਈਏ, ਦੇਖੀਏ ਕਿਹੜੇ ਆਫੀਸਰਸ ਪਿੱਛੋਂ ਤੱਕ ਕਿੱਥੋਂ ਤੱਕ ਤਾਰਾਂ ਜੁੜੀਆਂ ਨੇ। ਇਹਨੂੰ ਨੋ ਡਾਊਟ DGP ਨੇ, ਸਾਡੇ ਜਿਹੜੇ ਦਿਨਕਰ ਗੁਪਤਾ ਜੀ ਨੇ, ਉਹਨਾਂ ਨੇ ਸੀਰੀਅਸਲੀ ਇਨੀਸ਼ੀਅਲੀ ਟੇਕਅਪ ਕਰ ਲਿਆ ਮੈਟਰ, ਇਟਸ ਦੀ ਐਡਮਿਟ। ਬਟ ਕੀ ਆਪਾਂ ਦੇਖੋ, ਇੱਕ ਪ੍ਰੋਪਰ ਤਰੀਕਾ ਚਾਹੀਦਾ। ਅਸੀਂ ਇੱਕ ਸਿੱਟ ਬਣਾਉਂਦੇ, ਸੀਨੀਅਰ IPS ਆਫੀਸਰ ਉਹਦਾ ਹੁੰਦਾ, ਉਹਨੂੰ ਹੈਡ ਕਰਦਾ, ਉਸ ਤੋਂ ਬਾਅਦ ਥੱਲੇ ਉਹਦੀ ਇੱਕ ਟੀਮ ਹੁੰਦੀ, ਉਹ ਜਾ ਕੇ ਮੌਕਾ ਦੇਖਦੇ, ਖੋਲ ਦੇਖਦੇ, ਕਿੱਥੋਂ ਇਹਨਾਂ ਨੇ ਵੈਪਨ ਕਿੱਥੋਂ ਐਲੋਕੇਟ ਕਰਾਇਆ, ਕਿ ਉਹ ਕਿਸੇ ਗਨਮੈਨ ਦਾ ਸੀ ਜਾਂ ਡਿਪਟੀ ਨੇ ਕਰਵਾਇਆ, ਜਾਂ ਪਿੱਛੋਂ ਕੋਈ SSP ਤੱਕ ਨਾ ਕੋਈ ਲਿੰਕ ਜੋੜਦੇ ਹੋਣ, ਕੋਈ ਵੱਡਾ ਆਫੀਸਰ ਪਿੱਛੇ ਨਾ ਹੋਵੇ। ਜਿਹੜਾ ਇੱਕ ਸੈਕਿੰਡ ਮੈਟਰ ਲੱਡਾ ਕੋਠੀ ਧੂਰੀ ਵਾਲਾ ਹੈ, ਲੱਡਾ ਕੋਠੀ ਜਿਹੜੀ ਇੱਕ ਫੇਮਸ ਜਗ੍ਹਾ ਹੈ ਜਿੱਥੇ ਸਾਡੇ ਜਿਹੜੇ ਨਵੇਂ ਮੁੰਡੇ ਜਿਹੜੇ ਭਰਤੀ ਹੁੰਦੇ ਨੇ ਐਜ਼ ਏ ਕਾਂਸਟੇਬਲ ਕਹਿ ਲਓ, ਉਹਨਾਂ ਦੀ ਉੱਥੇ ਟ੍ਰੇਨਿੰਗ ਕੀਤੀ ਜਾਂਦੀ ਹੈ। ਕਿ ਉੱਥੇ ਉਸ ਦੀ ਜਿਹੜੀ ਹੈਗੀ ਬਾਉਂਡਰੀਜ਼, ਉਹਦੇ ਵਿੱਚ ਇਹਨਾਂ ਨੇ ਕੋਈ ਗੇਟ ਪਾਸ ਕਿਵੇਂ ਲਏ, ਕਿਤੇ ਨਾਮ ਲਿਖਵਾਏ, ਉਸ ਜਗ੍ਹਾ ਨੂੰ ਜਾ ਕੇ ਤੁਸੀਂ ਯੂਜ਼ ਕਰ ਰਹੇ ਹੋ, ਠੀਕ ਹੈ, ਤੁਸੀਂ ਉੱਥੇ ਜਾ ਕੇ ਟ੍ਰੇਨਿੰਗ ਲੈ ਰਹੇ ਹੋ। ਔਰ ਪਿੱਛੇ ਜੋ ਸਾਨੂੰ ਦਿਖਿਆ ਹੈ 7-8 ਗੱਡੀਆਂ ਖੜੀਆਂ ਨੇ, ਦੇ ਨਾਲ ਫਰੈਂਡਸ ਵੀ ਨੇ, ਇਹ ਨਹੀਂ ਹੈਗਾ ਵੀ ਇਕੱਲਾ ਸਿੱਧੂ ਮੂਸੇਵਾਲਾ ਹੀ ਹੈ, ਉਹਦੇ ਨਾਲ ਜਿਹੜੇ 8-10 ਉਹਦੇ ਮਿੱਤਰ ਨੇ, ਉਹਦੇ ਕੋਈ ਹੋਰ ਹੋਣਗੇ, ਉਹ ਨਾਲ ਗਏ ਨੇ। ਸੋ ਇਹ ਇੱਕ ਬੜਾ ਵੱਡਾ ਚੀਜ਼ ਸੀ। ਫਿਰ ਗੋਲੀਆਂ ਕਿੱਥੋਂ ਲਈਆਂ, ਉਹ ਗੋਲੀਆਂ ਨੂੰ ਜਿੰਨੀਆਂ ਚਲਾਤੀਆਂ ਉਹ ਕਿੱਥੋਂ ਪੂਰੀਆਂ ਕਰਨੀਆਂ ਨੇ, ਮਾਲਖਾਨੇ ਚੋਂ ਜੇ ਲਈਆਂ ਨੇ ਤਾਂ ਉਹਦਾ ਰੋਜ਼ਨਾਮਚਾ ਚੜ੍ਹਦਾ ਹੈ ਕਿ ਇਹਦੇ ਪਿੱਛੇ ਕਿਹੜੇ ਆਫੀਸਰਸ ਨੇ। ਬੜੀ ਵੱਡੀ ਇੱਕ ਜਾਂਚ ਸਿੱਟ ਦੀ ਰਿਪੋਰਟ ਆਉਂਦੀ, ਫਿਰ ਇਹਦੇ ਉੱਪਰ ਇੱਕ FIR ਰਜਿਸਟਰਡ ਹੁੰਦੀ ਕਿ ਆਹ ਵਾਲੀ ਗੱਲ ਹੈਗੀ, ਆਹ ਆਫੀਸਰਸ ਇਨਵੋਲਵ ਨੇ। ਸੋ ਇਹਨਾਂ ਨੇ ਜੋ ਕੀਤਾ 188, ਹੁਣ ਮੈਂ ਅੱਗੇ ਚੱਲਦੇ ਆਪਾਂ, ਮੈਂ ਇਹਨੂੰ ਕੰਪਲੀਟ ਕਰਨ ਜਾ ਰਿਹਾ। 188 ਤੇ 51 ਦਾ ਪਹਿਲਾ ਪਰਚਾ ਧਨੌਲੇ ਦਿੱਤਾ, ਦੂਜਾ ਪਰਚਾ ਜਿਹੜਾ ਦਿੱਤਾ ਜੀ ਉਹ ਅਗਲੇ ਦਿਨ ਹੀ ਨੈਕਸਟ ਡੇ ਉਹ ਦੂਜੀ ਕਲਿੱਪ ਦੇ ਬੇਸ ਤੇ ਫਟਾਫਟ ਹੀ ਉਹ ਵੀ ਕਾਪੀ ਪੇਸਟ, ਉਹ ਵੀ 188 ਤੇ 51। 188 ਤੇ 51 ਕੀ ਹੈਗੀ ਹੈ ਕਿ ਜਦੋਂ ਮੇਰੇ ਕੋਲ ਕੋਈ ਪਾਸ ਨਹੀਂ ਹੈਗਾ, ਵਿਦਆਊਟ ਐਨੀ ਰੀਜ਼ਨ, ਜਦੋਂ ਪੁਲਿਸ ਨੂੰ ਲੱਗਦਾ ਕੋਈ ਰੀਜ਼ਨੇਬਲ ਕੋਜ਼ ਨਹੀਂ ਹੈਗਾ ਬਾਹਰ ਨਿਕਲਣ ਦਾ ਡਿਊਰਿੰਗ ਦੀ ਪੀਰੀਅਡ ਆਫ ਲੋਕਡਾਊਨ, ਤਾਂ ਉਹ ਕਿਸੇ ਦੇ ਉੱਪਰ ਵੀ ਜਿਹੜੀ 188 ਹੈਗੀ ਹੈ ਉਹਦੀ ਫਟਾਫਟ, ਮੈਂ ਤੁਹਾਨੂੰ ਦੱਸਦਾ ਜੀ ਸਾਡੀ ਸਟੇਟ ਦੇ ਵਿੱਚ ਰੋਜ਼ 5-5, 7-7, 10-10 ਪਰਚੇ ਜੇ ਹੁੰਦੇ ਨੇ, ਰੈਗੂਲਰਲੀ ਹੋ ਰਹੇ ਨੇ 188 ਦੇ। ਮੈਂ ਤੁਹਾਨੂੰ ਰਿਕਾਰਡ ਵਿਦ ਰਿਕਾਰਡ ਥੋੜੇ ਜਿਹੇ ਟਾਈਮ ਤੱਕ ਮੈਂ ਰਿਕਾਰਡ ਵੀ ਦਊਂਗਾ ਕਿ 100 ਤੋਂ 200 ਤੋਂ ਉੱਪਰ, ਮੇਰੇ ਖਿਆਲ 'ਚ 100-200 ਕੁਛ ਵੀ ਹੋਣਾ, ਜ਼ਿਆਦਾ ਨੰਬਰ ਹੋਊਗਾ ਕਿੰਨੇ ਪਰਚੇ ਹੋਏ ਨੇ। ਕੀ ਆਪਾਂ ਇਹਨੂੰ ਇੰਨਾ ਲਾਈਟ ਲੈ ਲਿਆ ਵੀ ਇੱਕ ਸਾਡਾ ਤੁਸੀਂ ਸਿੰਗਰ ਕਹਿ ਲਓ ਪੰਜਾਬੀ, ਹੈ ਨਾ, ਕਿ ਉਹ ਸੈਲੀਬ੍ਰਿਟੀ ਵਰਡ ਮੈਂ ਨਹੀਂ ਇਸ ਚੀਜ਼ ਨੂੰ ਸਮਝਦਾ, ਠੀਕ ਹੈ, ਕਿ ਪੰਜਾਬੀ ਸੱਭਿਆਚਾਰ ਨੂੰ ਠੀਕ ਹੈ ਉਹ ਕਰ ਰਹੇ ਨੇ, ਉਹਨੂੰ ਪ੍ਰਮੋਟ ਕਰ ਰਹੇ ਨੇ, ਗਾ ਰਹੇ ਹੈ। ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਸਾਹਿਬ ਸੀ, ਬੱਬੂ ਮਾਨ ਸੀ, ਹੰਸਰਾਜ ਜੀ ਨੇ, ਸਰਦੂਲ ਹਰੀ ਨੇ, ਮਨਮੋਹਨ ਵਾਸ ਭਰਾ ਨੇ, ਇਹਨਾਂ ਤੋਂ ਕਿੱਡੇ ਵੱਡੇ ਸਿੰਗਰ, ਉਹ ਮੈਨੂੰ ਲੱਗਦਾ ਬੜੇ ਸੀਨੀਅਰ। ਕਦੀ ਅਸੀਂ ਅੱਜ ਤੱਕ ਅਸੀਂ ਤਾਂ ਕਦੀ ਕਿਸੇ ਦੇ ਹੱਥ 'ਚ ਨਾ ਕੋਈ ਹਥਿਆਰ, ਦਲਜੀਤ ਦੋਸਾਂਝ ਅੱਜ ਦੇ ਟਾਈਮ 'ਤੇ ਚੰਗਾ ਕਰ ਰਿਹਾ, ਸਾਰੇ ਠੀਕ ਕਰ ਰਹੇ ਨੇ ਜੀ ਕੰਮ, ਕਦੇ ਨਹੀਂ ਅਸੀਂ ਦੇਖਿਆ। ਸੋ ਕੀ ਗੱਲ ਵੀ ਇਹਨਾਂ ਦਾ ਮੈਨੂੰ ਇਹ ਸਮਝ ਨਹੀਂ ਆਈ ਕਿ ਇਹਨਾਂ ਹਥਿਆਰਾਂ ਨੂੰ ਦੇਖ ਕੇ, ਔਰ ਇਸ ਤੋਂ ਵੱਡੀ ਗੱਲ ਪੁਨੀਤ ਜੀ ਤੁਸੀਂ ਦੇਖੋ ਕਿ ਉਹ ਇੱਕ ਮੁੰਡਾ ਇਹਨਾਂ ਦੇ ਵਿੱਚੋਂ ਕੋਈ ਇਹਨਾਂ ਦਾ ਯਾਰ ਮਿੱਤਰ ਕੋਈ ਵੀਡੀਓ ਬਣਾ ਰਿਹਾ ਹੈ, ਉਹ ਵੀਡੀਓ ਨੂੰ ਇਹਨਾਂ ਨੇ ਇਮੀਡੀਏਟਲੀ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਵੀ ਉਹਦੇ ਤੋਂ ਤੁਸੀਂ ਜਿਹੜਾ ਸਾਡਾ ਯੂਥ ਹੈ ਪੰਜਾਬ ਦਾ, ਦੇਖੋ ਸਾਨੂੰ ਦੋ ਚੀਜ਼ਾਂ ਪੰਜਾਬ ਨੂੰ ਇਸ ਟਾਈਮ ਜਿਹੜੀਆਂ, ਯੂਥ ਕਿੱਧਰ ਜਾ ਰਿਹਾ ਹੈ, ਯੂਥ ਸਾਡਾ ਵੈਪਨਸ ਯੂਥ ਨੂੰ ਚੰਗੇ ਲੱਗਦੇ ਨੇ, ਡਰੱਗਸ ਵਾਦਾ ਆਪਾਂ ਨੂੰ ਪਤਾ ਵੀ ਆਪਣੇ ਤੇ ਇੱਕ ਟੈਗ ਲੱਗ ਚੁੱਕਿਆ ਪੰਜਾਬੀਆਂ ਤੇ ਕਮ ਸੇ ਕਮ ਜਿਹੜੇ ਆਪਣੇ ਦੇਖੋ ਸਿੰਗਰਸ ਨੂੰ ਹਰ ਫੋਲੋ ਕਰਦੇ ਨੇ, ਸਿੱਧੂ ਮੂਸੇਵਾਲਾ ਹੋ ਗਿਆ, ਕਰਨ ਔਜਲਾ, ਇਨ ਯੰਗ ਮੁੰਡੇ ਨੇ, ਨਵੇਂ ਮੁੰਡੇ ਨੇ, ਹਨਾ, ਚਲੋ ਐਲੀ ਮੰਗਟ ਹਰੀ ਵੀ ਨੇ, ਸਾਰੇ ਜਿੰਨੇ ਚੰਗਾ ਸੋਹਣਾ ਕੰਮ ਕਰ ਰਹੇ ਨੇ। ਪਰ ਅਸੀਂ ਦੇਖੋ ਇੱਥੇ ਆ ਕੇ ਬੜਾ ਇੱਕ ਚਿੰਤਾ ਦਾ ਇੱਕ ਕਾਰਨ ਹੈ। ਚਲੋ ਇਹ
ਡਿਸਕਸ਼ਨ ਲੰਬੀ ਹੋ ਜਾਏਗੀ। ਹੁਣ ਆਪਾਂ ਮੁੱਦੇ ਤੇ ਮੇਨ ਤੇ ਆ ਜਾਈਏ। ਇਹ ਬੜਾ ਸਿੰਪਲ FIR ਰਜਿਸਟਰ ਕੀਤਾ ਜੀ 188 ਤੱਕ ਪਹੁੰਚਾ ਦੇਵੇ, ਜਿਹੜਾ ਡਿਜ਼ਾਸਟਰ ਮੈਨੇਜਮੈਂਟ ਇੱਕ ਦੇ ਵਿੱਚ 1 ਮੰਥ ਦੀ ਸਜ਼ਾ, ਬੇਲੇਬਲ ਅਫੈਂਸਿਸ ਨੇ। ਕੋਈ ਇਹਨਾਂ ਨੂੰ ਇੰਨੀ ਜ਼ਰੂਰਤ ਵੀ ਨਹੀਂ ਹੈਗੀ ਵੀ ਇਹਨਾਂ ਨੂੰ ਵਕੀਲ ਹਾਇਰ ਕਰਨ ਦੀ ਵੀ ਲੋੜ ਨਹੀਂ, ਸਿੰਪਲ ਥਾਣੇ 'ਚ ਜਾ ਕੇ ਜਿਹਨੂੰ ਮੈਂ ਕਹਿੰਦੇ ਨੇ ਮਚਲ ਕੇ ਭਰਤੇ ਤੇ ਗੱਲ ਖਤਮ ਹੋ ਗਈ। ਸੋ ਇਹ ਹੈ ਮੈਂ ਸਿਰਫ ਇਹਦੀ ਕੋਈ ਚੀਜ਼ ਮੈਂ ਆਪਣਾ ਲੀਗਲੀ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਤੁਹਾਡੇ ਨਾਲ ਕਰੂੰਗਾ। ਇੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਵੀ ਇੱਥੇ ਜਿਹੜਾ ਇਹਨਾਂ ਨੇ ਇੱਕ ਬਾਇਸਡ ਅਪਰੋਚ ਸ਼ੋ ਕੀਤੀ ਹੈ, ਭਾਵੇਂ DGP ਸਾਹਿਬ ਦੀਆਂ ਇੰਸਟਰਕਸ਼ਨਸ ਦੇ ਉੱਪਰ ਕੀਤਾ ਕੀ ਹੈ। ਐਕਚੁਅਲੀ ਇਹਨਾਂ ਨੇ ਮੈਟਰ ਨੂੰ, ਮੈਨੂੰ ਜੋ ਮੇਰੀ ਸਮਝ 'ਚ ਆ ਰਿਹਾ ਹੈ ਐਜ਼ ਅ ਕਾਉਂਸਲ ਆਫ ਦੀ ਹਾਈ ਕੋਰਟ, ਮੈਨੂੰ ਇਹ ਲੱਗ ਰਿਹਾ ਹੈ ਕਿ ਮੈਟਰ ਨੂੰ ਇਹਨਾਂ ਨੇ ਫਟਾਫਟ ਕਵਰ ਅਪ ਕੀਤਾ। ਠੀਕ ਹੈ ਜੀ। ਅਦਰਵਾਈਜ਼ ਜੇਕਰ ਜੋ ਦੇਖੋ, ਅਸੀਂ ਸਟੇਟ ਕੌਂਸਲ ਨਹੀਂ ਹੈਗੇ, ਨਾ ਹੀ ਮੈਂ ਕੋਈ ਸਟੇਟ ਅਟਾਰਨੀ ਆ। ਮੇਰੀ ਲੀਗਲ ਓਪੀਨੀਅਨ ਐਜ਼ ਅ ਕਾਉਂਸਲ ਆਫ ਦੀ ਹਾਈ ਕੋਰਟ, ਇਹਦੇ ਵਿੱਚ ਦੇਖੋ ਜੋ ਅਸੀਂ ਵੀਡੀਓ ਕਲਿੱਪਸ ਤੁਸੀਂ ਵੀ ਸਾਰੇ ਲੋਕਾਂ ਨੇ ਅਸੀਂ ਦੇਖੀਆਂ ਨੇ, ਉਹਦੇ 'ਚ ਜਿਹੜੀ ਸੈਕਸ਼ਨ 269 ਇੰਡੀਅਨ ਪੈਨਲ ਕੋਡ 269 ਮੈਮ ਕੀ ਕਹਿੰਦੀ ਹੈ, ਮੈਂ ਥੋੜਾ ਜਿਹਾ, ਕਿਉਂਕਿ ਮੈਂ ਚਾਹੁੰਦਾ ਵੀ ਥੋੜਾ ਜਿਹਾ ਲੀਗਲੀ ਆਪਾਂ ਜ਼ਰੂਰ ਮੈਡਮ ਤੁਹਾਨੂੰ ਮੈਂ ਸਾਰਾ ਦੱਸਾਂ। ਹਾਂਜੀ ਲੀਗਲੀ ਇਹਦਾ ਕੀ ਹੈਗਾ 269 ਨੈਗਲੀਜੈਂਟਲੀ ਸਪਰੈਡ ਇਨਫੈਕਸ਼ਨ ਆਫ ਡਿਸੀਜ਼। ਇਹਦੇ 'ਚ ਕੀ ਹੈ ਕਿ ਮੈਮ ਜਿਹੜੀਆਂ ਵੀਡੀਓਜ਼ ਦੇਖੀਆਂ ਨੇ ਕਿ ਤੁਸੀਂ ਜਾਣ ਬੁੱਝ ਕੇ, ਜੇਕਰ ਮੈਨੂੰ ਹੁਣ ਦੇਖੋ ਸਾਰੇ ਲੋਕ ਅਸੀਂ ਘਰਾਂ 'ਚ ਬੈਠੇ ਆ, ਆਪਾਂ ਥਰੂ ਆਊਟ ਦੀ ਵਰਲਡ ਵਾਈਡਲੀ ਲੋਕ ਘਰਾਂ 'ਚ ਬੈਠੇ ਨੇ, ਆਪਾਂ ਕੀ ਆ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਸਾਨੂੰ ਸਾਰੇ ਲੋਕਾਂ ਨੂੰ ਪਤਾ ਹੈ, ਮੈਂ ਇੱਥੇ ਘਰ ਵੀ ਬੈਠਾ ਨਾ ਜੀ, ਤਾਂ ਮੇਰੇ ਕੋਲ ਮੇਰੇ ਮਾਸਕ ਵਗੈਰਾ, ਮੇਰੇ ਗਲਵਜ਼ ਵਗੈਰਾ ਸਾਰਾ ਕੁਝ ਮੇਰੇ ਕੋਲ ਹੈ। ਅਸੀਂ ਵੀਡੀਓਜ਼ 'ਚ ਕੀ ਦੇਖਿਆ, ਅਸੀਂ ਵੀਡੀਓਜ਼ 'ਚ ਦੇਖਿਆ ਕਿ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਉਹ ਲੋਕ ਨੇ, ਇਨਕਲੂਡਿੰਗ ਸਿੱਧੂ ਮੂਸੇਵਾਲਾ, ਕਿਸੇ ਨੇ ਵੀ ਹੱਥਾਂ ਦੇ ਉੱਪਰ ਕੋਈ ਗਲਵਜ਼ ਨਹੀਂ ਪਾਏ, ਕਿਸੇ ਨੇ ਮਾਸਕ ਨਹੀਂ ਪਾਏ, ਕਿਸੇ ਨੇ ਜਦੋਂ ਉਹ ਫਾਇਰ ਕਰ ਰਹੇ ਹੈ 147 ਜੋ ਵੀ ਉਹ ਪ੍ਰੋਹਿਬਿਟਡ ਵੈਪਨ ਨਾਲ ਕਰ ਰਹੇ ਨੇ, ਉਹਦੇ 'ਚ ਕਿਸੇ ਬੰਦੇ ਨੇ ਵੀ ਤੁਸੀਂ ਕਹਿ ਸਕਦੇ ਹੋ ਕਿਸੇ ਨੇ ਮਾਸਕ ਨਹੀਂ, ਕੋਈ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ, ਕੁਛ ਨਹੀਂ, ਉਹਨਾਂ ਨੇ ਕਿਸੇ ਨੇ ਕੋਈ ਉਹ ਫੋਲੋ ਨਹੀਂ ਕੀਤੀਆਂ ਜੀ। ਇੱਕ ਤਾਂ ਚੀਜ਼ ਹੋਈ ਮੈਮ ਇਹ। ਇਸ ਤੋਂ ਇਲਾਵਾ ਇੱਕ ਸੈਕਸ਼ਨ ਹੈਗੀ 336 ਕੀ ਹੈਗੀ 336 ਆਫ ਇੰਡੀਅਨ ਪੈਨਲ ਕੋਡ। ਉਹ ਕਹਿੰਦੀ ਹੈ ਕਿ ਇਹ ਸਿੱਧੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਇੰਡੇਂਜਰ ਟੂ ਹਿਊਮਨ ਲਾਈਫ ਸੀ। ਮੈਮ ਜਿਹੜੀ ਆ ਸਾਡੇ ਕੋਲ ਵੀਡੀਓ ਕਲਿੱਪਸ ਆਈਆਂ ਨੇ, ਜਿਹੜੀ ਫਸਟ ਧਨੋਲੇ ਹੋਏ ਆ ਜੀ, ਜਿੱਥੇ ਉਹ ਫਾਇਰਿੰਗ, ਤੁਹਾਨੂੰ ਮੈਨੂੰ ਕਿਸੇ ਇਨਫੋਰਮੇਸ਼ਨ ਆਈ ਮੇਰੇ ਕੋਲ ਕਿ ਉਹ ਕੋਈ ਪ੍ਰਿਸਕ੍ਰਾਈਬਡ ਫਾਇਰਿੰਗ ਰੇਂਜ ਨਹੀਂ ਸੀਗਾ ਜੀ। ਉਹ ਇਸ ਤਰੀਕੇ ਨਾਲ ਸੀਗਾ ਕਿ ਜਿਵੇਂ ਮੇਰਾ ਫਾਰਮ ਹਾਊਸ ਫਤਿਹਗੜ੍ਹ ਸਾਹਿਬ ਹੈ, ਮੈਂ ਫਤਿਹਗੜ੍ਹ ਸਾਹਿਬ ਆਪਣੇ ਖੇਤਾਂ 'ਚ ਅੱਜਕੱਲ ਸਾਡੇ ਕਣਕ ਵਾਢੀ ਹੋ ਰਹੀ ਹੈ, ਤਾਂ ਉੱਥੇ ਜਾ ਕੇ ਮੈਂ ਇੱਕ ਰੇਂਜ ਆਪਣੇ ਆਪ ਹੀ ਆਪਣੀ ਬਣਾ ਲਵਾਂ ਜੀ, ਹਨਾ, ਸ਼ੂਟਿੰਗ ਰੇਂਜ ਜੀ ਇੱਕ ਬਣਾ ਲਈਏ ਵੀ ਇੱਥੇ ਅਸੀਂ ਆਪਣੀ ਕਰਨੀ ਹੈ। ਹੁਣ ਮੈਡਮ ਉੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿੱਥੇ ਮੈਡਮ ਇਹਨਾਂ ਨੇ ਫਾਇਰਿੰਗ ਕੀਤੀ, ਕੀ ਮੈਮ ਤੁਹਾਨੂੰ ਸ਼ਾਇਦ ਮੈਂ ਇਹ ਵੀ ਚੀਜ਼ ਇੱਥੇ ਜਾਣੂ ਕਰਵਾ ਦਿੰਦਾ ਕਿ ਜਦੋਂ ਮੈਮ ਪੁਲਿਸ ਡਿਪਾਰਟਮੈਂਟ ਜਾਂ ਆਰਮੀ ਡਿਪਾਰਟਮੈਂਟ ਆਪਣੀਆਂ ਰਿਹਰਸਲਸ ਕਰਦੇ ਨੇ, ਜਾਂ ਜਿਹੜਾ ਐਮੂਨੇਸ਼ਨ ਵੈਪਨਸ ਨੂੰ 1 ਸਾਲ 'ਚ ਇੱਕ ਵਾਰੀ ਉਹ ਟੈਸਟ ਕਰਦੇ ਨੇ, ਤਾਂ ਉਸ ਦੌਰਾਨ ਮੈਡਮ ਸਾਰਾ ਉਹ ਜਿਹੜਾ ਏਰੀਆ ਹੁੰਦਾ ਹੈ ਨਾ, ਵਿਦ ਇਨ ਦੀ ਰੇਡੀਅਸ ਦਾ ਜੂਰਿਸਡਿਕਸ਼ਨ ਆਫ 1 ਕਿਲੋਮੀਟਰ ਆਪਾਂ ਕਹਿ ਲਈਏ, ਉਹਨੂੰ ਸੀਜ਼ ਕੀਤਾ ਜਾਂਦਾ ਜੀ। ਠੀਕ ਹੈ ਜੀ। ਈਵਨ 1 ਕਿਲੋਮੀਟਰ ਨਹੀਂ, ਸ਼ਾਇਦ ਉਹਦੀ ਰੇਂਜ ਜ਼ਿਆਦਾ ਹੈ, ਇਹਨਾਂ ਨੇ 4-5 ਕਿਲੋਮੀਟਰ ਵੀ ਹੋ ਸਕਦੇ ਨੇ, ਮੈਂ ਇਹਦੇ ਲਈ ਕਨਫਰਮ ਨਹੀਂ ਹੈਗਾ ਜੀ, ਬਟ ਉਹਨੂੰ ਏਰੀਆ ਨੂੰ ਜ਼ਰੂਰ ਸਪੈਸੀਫਿਕਲੀ ਸੀਜ਼ ਕੀਤਾ ਜਾਂਦਾ ਹੈ। ਮੇਰਾ ਕਿ ਉੱਥੇ ਜਿਹੜੇ ਮੌਜੂਦ ਸੀ ਕੁਝ ਇੰਟਰਵਿਊਜ਼ ਜਿਹੜੀਆਂ ਉਹ ਅਸੀਂ ਸੁਣੀਆਂ ਵੀ, ਦੇਖੀਆਂ ਵੀ, ਉੱਥੇ ਇਹ ਚੀਜ਼ ਦੱਸੀ ਗਈ ਕਿ ਅਸੀਂ ਉੱਥੇ ਜਾਂਦੇ ਸੀ, ਸਾਨੂੰ ਆਉਣ ਤੋਂ ਮਨਾਹੀ ਕਰ ਦਿੰਦੇ ਸੀ, ਕਹਿੰਦੇ ਸਾਡਾ ਖੇਤ ਹੈ ਨਾਲ ਹੀ, ਤੇ ਸਾਨੂੰ ਮਨਾ ਕਰਤਾ ਸੀ ਉਹਨਾਂ ਨੇ ਕਿ ਤੁਸੀਂ ਆਪਦੇ ਖੇਤ ਦੇ ਆਸ-ਪਾਸ ਵੀ ਤੁਸੀਂ ਨਹੀਂ ਆਉਣਾ। ਮਤਲਬ ਉੱਥੇ ਆਮ ਬੰਦੇ ਦੇ ਆਉਣ ਤੇ ਵੀ ਉਹਨਾਂ ਨੇ ਮਨਾਹੀ ਕਰਤੀ ਸੀ ਵੀ ਉਹਨਾਂ ਨੇ ਪੂਰੀ ਪੈਰੀਫਰੀ ਜਿਹੜੀ ਪੂਰਾ ਪ੍ਰੈਮਿਸਿਸ ਜਿਹੜਾ ਉਹ ਆਪਣੇ ਅੰਦਰ ਲੈ ਲਿਆ ਸੀ ਵੀ ਇੱਥੇ ਅਸੀਂ ਆ, ਵੀ ਇੱਥੇ ਕਿਸੇ ਹੋਰ ਨੇ ਨਹੀਂ ਆਉਣਾ। ਤੇ ਨਾਲ ਇਹ ਵੀ ਫਿਰ ਇਲਜ਼ਾਮ ਲੱਗੇ ਕਿ ਕੁਝ ਬੀਅਰ ਦੀਆਂ ਬੋਟਲਸ ਉੱਥੇ ਪਈਆਂ ਹੁੰਦੀਆਂ, ਤੇ ਇਹ ਰਿਪੀਟਡਲੀ ਹੋਇਆ, ਕਹਿੰਦੇ ਪਹਿਲਾਂ ਵੀ ਆਏ ਸੀ, ਹੁਣ ਫੇਰ ਆਏ ਜੀ। ਨਹੀਂ ਮੈਮ, ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਜਿਹੜੇ ਉਹ ਸਿਰਫ 4 ਜਾਂ 5 ਉਹਨਾਂ ਦੇ ਨਾਲ, ਇੱਕ ਮੇਰੇ ਖਿਆਲ ਸਬ ਇੰਸਪੈਕਟਰ ਨੇ ਜਿਹੜੇ ਉਹਨਾਂ ਦੇ ਉੱਪਰ FIR ਰਜਿਸਟਰਡ ਹੋਇਆ ਹੈ, 4-5 ਜਿਹੜੇ ਉਹ DSP ਸਾਹਿਬ ਨੇ ਆਪਣੇ ਗਨਮੈਨਸ ਡਿਪਿਊਟ ਕੀਤੇ ਸੀਗੇ। ਮੈਨੂੰ ਪਤਾ, ਮੈਂ ਵੀ ਇੱਕ ਫਾਰਮਰ, ਇੱਥੇ ਕਿਸਾਨ ਫੈਮਿਲੀ ਨੂੰ ਅਸੀਂ ਬਿਲੋਂਗ ਕਰਦੇ ਹਾਂ। ਸਾਡੇ ਜਿਹੜੇ ਫਾਰਮਰ ਨੇ ਅੱਜ ਕੱਲ ਹੋ ਕੀ ਰਿਹਾ ਜੀ, ਸਾਡੇ ਕੀ ਚੱਲ ਰਿਹਾ ਹੈ, ਸਾਡੇ ਇੱਥੇ ਮੈਡਮ ਹਾਰਵੈਸਟਿੰਗ ਦਾ ਸੀਜ਼ਨ ਚੱਲ ਰਿਹਾ ਹੈ। ਜੋ ਮੈਨੂੰ ਮਤਲਬ ਪਰਸਨਲੀ ਦੁੱਖ ਹੋਇਆ ਉਹ ਇਹ ਹੋਇਆ ਕਿ ਜੇਕਰ ਮੈਡਮ ਜਦੋਂ ਫਾਇਰ ਕੀਤਾ ਹੈ, ਜੇਕਰ ਉਹ ਗੋਲੀ ਕਿਸੇ ਨਾ ਕਿਸੇ ਸਾਡੇ ਫਾਰਮਰ ਦੇ ਜਾਂ ਕਿਸੇ ਜਿਹੜੇ ਆਪਣੀ ਲੇਬਰ ਕਲਾਸ ਲੋਕ ਸਾਡੇ ਇੱਥੇ ਵਿਚਾਰੇ ਬਿਹਾਰ ਤੋਂ ਸਾਨੂੰ ਜਾਂ UP ਤੋਂ ਸਾਨੂੰ ਸਪੋਰਟ ਕਰ ਰਹੇ ਨੇ ਫਾਰਮਰਸ ਨੂੰ, ਜੇ ਕਿਸੇ ਨਾ ਕਿਸੇ ਦੀ ਉਹ ਗੋਲੀ ਲੱਗ ਜਾਂਦੀ ਤਾਂ ਉਸ ਚੀਜ਼ ਦਾ ਮੈਡਮ ਰਿਸਪੌਂਸੀਬਲ ਕੌਣ ਸੀ? ਜਿਹੜੀ ਮੈਡਮ ਤੁਸੀਂ ਚੀਜ਼ ਕਹਿ ਰਹੇ ਹੋ ਨਾ ਕਿ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਕਿ ਉਹਨਾਂ ਨੇ ਉੱਥੇ ਕੀਤਾ ਸੀ ਜਾਂ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਤੁਸੀਂ ਨੇੜੇ ਨਾ ਆਇਓ, ਮੈਡਮ ਇਹ ਸਾਰੀਆਂ ਚੀਜ਼ਾਂ ਪੁਨੀਤ ਜੀ ਇਹ ਅਨਅਫੀਸ਼ੀਅਲ ਗੱਲਾਂ ਨੇ।
ਕਿਉਂਕਿ ਜੇਕਰ ਜਦੋਂ ਫਾਇਰਿੰਗ ਰੇਂਜ ਦੇ ਵਿੱਚ ਮੈਡਮ ਜਿਹੜੀਆਂ ਰਿਹਰਸਲਸ ਹੁੰਦੀਆਂ ਨੇ ਜਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸ ਦੌਰਾਨ ਸਪੈਸੀਫਿਕਲੀ ਉਹ ਏਰੀਆ ਸੀਜ਼ ਕੀਤਾ ਜਾਂਦਾ ਹੈ ਔਰ ਉਹ ਬਹੁਤ ਵੱਡੀਆਂ ਰੇਂਜਸ ਹੁੰਦੀਆਂ ਨੇ, ਫਾਇਰਿੰਗ ਰੇਂਜ ਹੁੰਦੀਆਂ ਨੇ। ਉਹ ਕੋਈ ਐ ਨਹੀਂ ਹੈਗੀ ਵੀ ਹੁਣ ਇਹਦੇ 'ਚ ਇੱਕ ਦੂਸਰਾ ਐਸਪੈਕਟ ਵੀ ਹੈ। ਦੂਸਰਾ ਐਸਪੈਕਟ ਇਹ ਹੈ ਕਿ ਮੈਮ ਜਦੋਂ ਪੁਨੀਤ ਜੀ ਉਹਨਾਂ ਨੇ ਜਦੋਂ 147 ਦਾ ਉਹਨਾਂ ਨੇ ਫਾਇਰ ਕੀਤਾ ਹੈ, ਤਾਂ ਜੇਕਰ ਉਹਦੇ 'ਚ ਕੋਈ ਸਪਾਰਕ ਨਿਕਲ ਜਾਂਦਾ, ਹੋ ਸਕਦਾ ਸੀ ਕਿਤੇ ਨਾ ਕਿਤੇ ਕੋਈ ਉੱਥੇ ਕੋਈ ਅੱਗ ਲੱਗ ਜਾਂਦੀ। ਜੇਕਰ ਅੱਗ ਲੱਗ ਜਾਂਦੀ, ਚਲੋ ਠੀਕ ਹੈ, 90% ਅਸੀਂ ਪੰਜਾਬ 'ਚ ਅਸੀਂ ਕਿਸਾਨਾਂ ਨੇ ਆਪਣੀਆਂ ਫਸਲਾਂ ਸਾਂਭੀਆਂ ਨੇ, ਪਰ ਹਜੇ ਅਸੀਂ ਸਾਰੇ ਲੋਕ ਆਪਣੀਆਂ ਤੂੜੀਆਂ ਦੇ ਜਿਹੜੇ ਕੰਮ ਨੇ ਸਾਡੇ ਉਹ ਚੱਲ ਰਹੇ ਨੇ। ਉਹਦੇ 'ਚ ਮੈਡਮ ਘੱਟੋ ਘੱਟ 100 200 400 500 ਏਕੜ ਜੇਕਰ ਉੱਥੇ ਸਾਡਾ ਕਿਸੇ ਲੋਕਾਂ ਦਾ ਸੜ ਜਾਂਦਾ, ਤਾਂ ਉਸ ਚੀਜ਼ ਦਾ ਰਿਸਪੌਂਸੀਬਲ ਕੌਣ ਸੀ? ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਉਹਦਾ ਰਿਸਪੌਂਸੀਬਲ ਐਸਐਸਪੀ ਬਰਨਾਲਾ ਸੀ ਜਾਂ ਡੀਐਸਪੀ ਸਾਹਿਬ ਸਨ ਜਿਨ੍ਹਾਂ ਨੇ ਡਿਪਿਊਟ ਕੀਤਾ ਸੀ, ਜਾਂ ਉਹ ਗਨਮੈਨ ਸੀ, ਜਾਂ ਉਹ ਸਿੱਧੂ ਮੂਸੇਵਾਲਾ ਸੀ? ਜੀ ਅੱਛਾ, ਅਗਲੀ ਸੈਕਸ਼ਨ ਹੁਣ ਮੈਂ ਇੱਕ ਵਾਰੀ ਸੈਕਸ਼ਨਸ ਪੂਰੀਆਂ ਕਰ ਲਈਏ, ਫਿਰ ਆਪਾਂ ਉਸ ਤੋਂ ਬਾਅਦ ਨੈਕਸਟ ਆਪਾਂ ਵਧਦੇ ਜੀ। ਅਗਲੀ ਸੈਕਸ਼ਨ ਮੈਡਮ ਜੋ ਸਾਡੀ ਲੀਗਲ ਓਪੀਨੀਅਨ ਮੁਤਾਬਕ ਬਣਦੀ ਹੈ, ਜੋ ਸਾਨੂੰ ਦਿਖ ਰਿਹਾ ਹੈ, ਉਹ ਹੈਗੀ 34 ਸੈਕਸ਼ਨ 34 ਕੀ ਹੁੰਦੀ ਹੈ? ਕਾਮਨ ਇੰਟੈਂਸ਼ਨ। ਇਹ ਜਿਹੜੀਆਂ ਡਾਇਰੈਕਸ਼ਨ ਸੀਗੀਆਂ ਮੈਮ, ਆਪਾਂ ਇੱਥੇ ਇਸੇ ਸੁਸਾਇਟੀ 'ਚ ਰਹਿੰਦੇ ਹਾਂ, ਜਿਹੜੇ ਇੱਕ ਗਨਮੈਨ ਕਿਸੇ ਦੇ ਨਾਲ ਡਿਪਿਊਟ ਹੋ ਜਾਂਦੇ ਨੇ, ਤਾਂ ਉਹਨਾਂ ਨੇ ਤਾਂ ਆਪਣਾ ਜਿਹੜੇ ਆਫੀਸਰ ਨਾਲ ਡਿਪਿਊਟ ਕੀਤੇ ਨੇ ਜਾਂ ਲੱਗੇ ਨੇ, ਉਹਨਾਂ ਨੇ ਆਪਣੇ ਆਫੀਸਰ ਦਾ ਉਹਨਾਂ ਨੇ ਆਰਡਰ ਕੰਪਲਾਈ ਕਰਨਾ ਹੈ ਜੀ, ਹਨਾ ਜੀ। ਹੁਣ ਅਸੀਂ ਇਹ ਚੀਜ਼ ਸੋਚਦੇ ਹਾਂ ਕਿ ਅਸਲ ਦੇ ਵਿੱਚ ਡਾਇਰੈਕਸ਼ਨ ਕਿੱਥੋਂ ਇਸ਼ੂ ਹੋਈ। ਇਸ ਤੋਂ ਪਹਿਲਾਂ ਇਸੇ ਕਰਕੇ ਬ੍ਰਦਰ ਨੇ ਇਹ ਗੱਲ ਪੁੱਟ ਅਪ ਕੀਤੀ ਸੀ ਕਿ ਇਹ ਮੈਟਰ ਨੂੰ ਹੋਸ਼-ਪੋਸ਼ ਇਹਨਾਂ ਨੇ ਫਟਾਫਟ ਕਵਰ ਅਪ ਕੀਤਾ। ਪਹਿਲਾਂ ਇੱਥੇ ਸਿੱਟ ਬੈਠਦੀ ਓਵਰਆਲ ਦੇਖਦੇ ਡਾਇਰੈਕਸ਼ਨ ਕਿੰਨੇ ਇਸ਼ੂ ਕੀਤੀਆਂ। ਸਾਡੇ ਲੋਕਾਂ ਲਈ ਇਹ ਹੈਗਾ ਕਿ ਡੀਐਸਪੀ ਸਾਹਿਬ ਦੇ ਨਾਲ ਡਿਪਿਊਟ ਕੀਤੇ ਸੀਗੇ, ਡੀਐਸ ਵਿਰਕ ਜਿਹੜੇ ਉੱਥੇ ਡੀਐਸਪੀ ਹੈੱਡਕੁਆਟਰ ਸੰਗਰੂਰ ਲੱਗੇ ਨੇ ਜੀ। ਇਸ ਚੀਜ਼ ਦੀ ਵੀ ਇੱਕ ਵੱਡੇ ਲੈਵਲ ਤੇ ਪੜਚੋਲ ਹੋਣੀ ਚਾਹੀਦੀ ਹੈ ਕਿ ਅਸਲ ਦੇਖੋ, ਭਾਵੇਂ ਮੈਡਮ ਸੰਗਰੂਰ ਦੇ ਵਿੱਚ ਮੈਟਰ ਹੈ, ਭਾਵੇਂ ਬਰਨਾਲੇ ਮੈਟਰ ਹੈ, ਭਾਵੇਂ ਮਾਨਸਾ ਮੈਟਰ ਹੈ, ਐਸਐਸਪੀ ਦੀ ਨੌਲੇਜ ਤੋਂ ਬਿਨਾਂ ਇੱਕ ਡਿਸਟ੍ਰਿਕਟ ਦੇ ਵਿੱਚ ਪੱਤਾ ਨਹੀਂ ਹੁੰਦਾ ਜੀ। ਸੋ ਇਹ ਕਿੰਨੇ ਅਸਲ ਡਾਇਰੈਕਸ਼ਨਸ ਇਸ਼ੂ ਕੀਤੀਆਂ? ਕੀ ਇਹਦੇ ਵਿੱਚ ਕੋਈ ਪੋਲੀਟੀਕਲ ਬੰਦਾ ਵੀ ਇਨਵੋਲਵ ਹੈ? ਕਿਉਂਕਿ ਪੋਲੀਟੀਕਲ ਜਿਹੜੇ ਬੰਦੇ ਨੇ ਉਹਨਾਂ ਦੇ ਵੀ ਸੈਲੀਬ੍ਰਿਟੀਜ਼ ਦੇ ਨਾਲ ਸੰਬੰਧ ਹੁੰਦੇ ਨੇ। ਪੋਲੀਟੀਕਲ ਬੰਦਾ ਵੀ ਕਿਸੇ ਪੁਲਿਸ ਆਫੀਸਰ ਨੂੰ ਕਹਿ ਦੇਵੇ ਯਾਰ ਵੀ ਇਹਦਾ ਕਰਾਓ ਜਾ ਕੇ ਫਾਇਰਿੰਗ, ਇਹਦਾ ਸ਼ੌਂਕ ਪੂਰਾ ਕਰਾਓ ਇਹਨਾਂ ਦਿਨਾਂ 'ਚ ਜੀ। ਸੋ ਅਸੀਂ ਇਹ ਸੋਚਦੇ ਹਾਂ ਕਿ ਸਿਰਫ ਐਫਆਈਆਰ ਕਿਹਦੇ ਅਗੇਂਸਟ ਹੋਈ? ਸਿਰਫ ਉਹ ਗਨਮੈਨ ਜਿਹੜੇ ਮੈਂ ਸਮਝਦਾ ਕਿ ਗਨਮੈਨ ਨੇ ਤੇ ਆਪਣੇ ਸਾਹਿਬ ਦਾ ਆਰਡਰ ਉਹਨਾਂ ਨੇ ਚਾਹ ਲਿਆ, ਆਫੀਸਰ ਦਾ ਆਰਡਰ ਤਮੀਲ ਕੀਤਾ ਜੀ ਉਹਨਾਂ ਨੇ। ਅਸਲ ਦੇ ਵਿੱਚ ਜਿਹੜੇ ਪਿੱਛੇ ਪਾਵਰਸ, ਵੱਡੀਆਂ ਪਾਵਰਸ ਬੈਠੀਆਂ ਨੇ, ਪੁਲਿਸ ਆਫੀਸਰਸ ਬੈਠੇ ਨੇ ਜਾਂ ਜਿਹੜੇ ਵੱਡੇ ਲੋਕ ਬੈਠੇ ਨੇ, ਉਹ 34 ਕਾਮਨ ਇੰਟੈਂਸ਼ਨ ਦੇ ਵਿੱਚ ਉਹ ਲੋਕ ਕਵਰ ਹੁੰਦੇ ਨੇ। ਸਿੰਪਲ ਇੱਕ ਡੀਐਸਪੀ ਦੇ ਅਗੇਂਸਟ ਇੱਕ ਡਿਪਾਰਟਮੈਂਟਲ ਐਕਸ਼ਨ ਹੈ, ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਜੀ, ਹਨਾ। ਇਸ ਤੋਂ ਇਲਾਵਾ ਮੈਡਮ ਲਾਸਟ ਜਿਹੜੀ ਸਾਡੀ ਸੈਕਸ਼ਨ ਹੈ ਉਹ 67 ਹੈ। 67 ਆਈਟੀ ਐਕਟ 'ਚ ਕੀ ਕਹਿੰਦੇ ਨੇ ਕਿ ਤੁਸੀਂ ਇਹ ਕਰ ਲਿਆ, ਉਸ ਤੋਂ ਬਾਅਦ ਉਹਨੂੰ ਸਪੈਸ਼ਲੀ ਉਹਨੂੰ ਟਿਕਟੌਕ ਤੇ ਪਾਇਆ ਗਿਆ, ਉਹਨੂੰ ਵਾਇਰਲ ਕੀਤਾ ਗਿਆ। ਇਹਦੇ 'ਚ ਇਹ ਨੋਨ ਅਵੇਲੇਬਲ ਅਫੈਂਸ ਹੈ। ਇਹੋ ਜਿਹਾ ਕ੍ਰਾਈਮ ਕਰਕੇ ਤੁਸੀਂ ਜੇਕਰ ਉਹਨੂੰ ਵਾਇਰਲ ਕਰਦੇ ਹੋ ਜਾਂ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਪਾਉਂਦੇ ਹੋ, ਇਹ ਨੋਨ ਅਵੇਲੇਬਲ ਅਫੈਂਸ ਹੈ। ਇੱਕ ਮੈਡਮ ਸੈਕਸ਼ਨ 353 ਵੀ ਹੈਗਾ, ਉਹਦਾ ਪ੍ਰੋਵੀਜ਼ਨ ਵੀ ਸਾਡੇ ਹੈਗਾ। ਉਹ ਕੀ ਹੈ? ਜਿਵੇਂ ਹੁਣ ਮੈਡਮ ਜਿੰਨੇ ਪੁਲਿਸ ਅਫੀਸ਼ੀਅਲਸ ਨੇ, ਭਾਵੇਂ ਉਹਦੇ 'ਚ 5 ਪੁਲਿਸ ਅਫੀਸ਼ੀਅਲਸ, ਹੁਣ ਮੈਂ 5 ਦੀ ਗੱਲ ਨਹੀਂ ਕਰਾਂਗਾ ਕਿਉਂਕਿ 5 ਤਾਂ ਸਿਰਫ ਧਨੌਲਾ ਵਾਲੇ 'ਚ ਦੇਖ ਰਹੇ ਨੇ, ਜਿਹੜਾ ਫਸਟ ਬਰਨਾਲੇ ਵਾਲਾ। ਉਸ ਤੋਂ ਬਾਅਦ ਕਾਫੀ ਹੋਰ ਲੋਕ ਵੀ ਨੇ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਇਹ ਸਾਰਾ ਕੁਝ ਕਰਵਾ ਰਹੇ ਨੇ। ਔਰ ਇਹ ਆਪਣੀ ਇੱਕ ਤਾਂ ਹੁੰਦਾ ਨਾ ਕਿ ਪੁਲਿਸ ਬਿਹੈਸਟ ਥੱਲੇ, ਇੱਕ ਆਪਣੇ ਸ਼ੈਡੋ ਥੱਲੇ ਕਰਵਾ ਰਹੇ ਨੇ, ਹਨਾ ਜੀ। ਸੋ 353 ਕੀ ਹੈ ਕਿ ਡਿਊਰਿੰਗ ਕਰੋਨਾ ਵਾਇਰਸ ਜਾਂ ਇੱਕ ਜਦੋਂ ਐਮਰਜੈਂਟ ਹਾਲਾਤ ਬਣੇ ਪਏ ਨੇ ਆਪਣੇ, ਤਾਂ ਇਹਨਾਂ ਲੋਕਾਂ ਨੂੰ ਡਿਪਿਊਟ ਕੀਤਾ ਗਿਆ ਹੈ ਕਿ ਜੀ ਤੁਸੀਂ ਫਲਾਣੀ ਨਾਕੇ ਤੇ, ਜਾਂ ਤੁਸੀਂ ਲੋਕਾਂ ਦੇ ਘਰੋਂ ਘਰ ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ, ਜਾਂ ਤੁਸੀਂ ਸਪੈਸ਼ਲ ਡਿਊਟੀਆਂ ਕਹਿ ਲਓ ਵੀ ਲੋਕਾਂ ਨੂੰ ਡਿਪਿਊਟ ਕੀਤਾ ਗਿਆ ਹੈ। ਪਰ ਇਹਨਾਂ ਨੂੰ ਉਧਰੋਂ ਡਿਊਟੀ ਤੋਂ ਹਟਾ ਕੇ ਇੱਧਰ ਡਿਊਟੀ ਤੇ ਲੈ ਕੇ ਆਉਣਾ, ਇਹ 353 ਆਈਪੀਸੀ ਬਣਦਾ ਹੈ। ਇਹ ਵੀ ਇੱਕ ਅਫੈਂਸ ਹੈ ਜੀ। ਸੋ ਅੱਛਾ, ਇਹ ਤੋਂ ਇਲਾਵਾ ਮੈਡਮ ਇੱਕ ਜਿਹੜਾ ਮੈਂ ਲਾਸਟ ਲਵਾਂਗਾ ਬਸ, ਇੱਕ ਇਸ ਤੋਂ ਇਲਾਵਾ ਕੀ ਹੈ ਕਿ ਜਿਹੜਾ ਇੱਕ ਪ੍ਰੋਹਿਬਿਟਡ ਵੈਪਨ ਕਹਿ ਲਓ, ਉਹਨੂੰ ਪ੍ਰੋਹਿਬਿਟਡ ਬੋਰ ਕਹਿ ਲਓ। ਦੇਖੋ ਸਾਡੇ ਇੱਥੇ ਐਲੀ ਮਾਰਕੀਟ ਦਾ ਮੈਟਰ ਹੋਇਆ, ਇੱਥੇ ਆਪਣੇ ਸਾਹਨੇਵਾਲ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ ਜੀ। ਐਲੀ ਮਾਰਕੀਟ ਵਾਲੇ ਮੈਟਰ ਦੇ ਵਿੱਚ ਇਹਨਾਂ ਨੇ ਕਾਫੀ ਲੰਬਾ ਚੌੜਾ ਪਲੰਦਾ ਇਹਨਾਂ ਨੇ ਲਾਇਆ। ਸਾਰੀਆਂ ਜਿੰਨੀਆਂ ਸੈਕਸ਼ਨਸ ਮੈਡਮ ਮੈਂ ਦੱਸ ਰਿਹਾ, 336 109 ਵੀ ਲਾਈ ਹੈ, ਬੈਟਮੈਂਟ ਵੀ ਲਾਈ, ਹਨਾ ਜੀ। ਕਾਫੀ ਸੈਕਸ਼ਨਸ ਇਹਨਾਂ ਨੇ ਇੰਟਰੋਡਿਊਸ ਕਰਵਾਈਆਂ। ਔਰ ਇਹ ਜਿਹੜਾ ਕੇਸ ਹੈ ਉਹਦੇ ਨਾਲੋਂ ਜ਼ਿਆਦਾ ਸੀਰੀਅਸ ਇਨ ਨੇਚਰ ਹੈ ਕਿਉਂਕਿ ਇਹਦੇ 'ਚ ਉਹ ਨੌਨ ਪ੍ਰੋਹਿਬਿਟਡ ਵੈਪਨ ਸੀ, ਇਹ ਪ੍ਰੋਹਿਬਿਟਡ ਵੈਪਨ ਯੂਟਿਲਾਈਜ਼ ਕੀਤਾ। ਉਹਦੇ 'ਚ 12 ਬੋਰ ਸੀਗੀ ਜੀ। ਉਹ ਤਾਂ ਚਲੋ ਮੈਡਮ ਸਾਡੇ ਵੱਲੋਂ ਜੋ ਅਸੀਂ ਸਾਰਾ ਮੈਟਰ ਪੁੱਟ ਅਪ ਕੀਤਾ, ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਉਹ ਇੱਕ ਵੱਖਰੀ ਗੱਲ ਹੈ ਕਿ ਉਹ ਸਾਰਾ ਇੱਕ ਪਾਰਟ ਹੀ ਇੱਕ ਸਾਡਾ ਇੱਕ ਉਹਦਾ ਲੀਗਲ ਸੌਂਗ ਆਇਆ ਸੀਗਾ ਜੋ ਉਹਦਾ ਇੱਕ ਪਾਰਟ ਆਫ ਸ਼ੂਟਿੰਗ ਸੀਗਾ। ਚਲੋ ਉਹ ਚੀਜ਼ਾਂ ਅਸੀਂ ਪੁੱਟ ਅਪ ਕੀਤੀਆਂ, ਹਨਾ ਜੀ। ਪਰ ਉਹਦੇ 'ਚ ਇੱਕ ਬੜਾ ਲੰਬਾ ਚੌੜਾ ਇਹਨਾਂ ਨੇ ਮਤਲਬ ਸੈਕਸ਼ਨਸ ਇਨਕੋਰਪੋਰੇਟ ਕੀਤੀਆਂ ਉਹਦੇ ਵਿੱਚ। ਈਵਨ ਅਬੈਟਮੈਂਟ 109 ਵੀ ਲਾਈ। ਇਹਦੇ 'ਚ ਵੀ ਤੁਸੀਂ ਧਿਆਨ ਨਾਲ ਦੇਖਿਓ
109 ਜਿਹੜੀ ਹੈ ਨਾ ਜੀ, ਇਹਦੇ ਵਿੱਚ ਵੀ ਜੇ ਨਾਲ ਦੇ ਜਿਹੜੇ ਉਹਦੇ ਖੜੇ ਨੇ ਨਾ ਪੁਲਿਸ ਡਿਪਾਰਟਮੈਂਟ ਦੇ, ਉਹ ਕਹਿ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਤੂੰ ਚਲਾ 109 ਉਹਦੇ ਚ ਵੀ ਕਵਰ ਹੁੰਦੀ ਹਨਾ। ਸੋ ਇਹ 25 ਤੇ 36 ਆਰਮਜ਼ ਐਕਟ ਦਾ ਵੀ ਵਿੱਚ ਇਨਕੋਰਪੋਰੇਟ ਕਰਨਾ ਚਾਹੀਦਾ ਸੀ, ਜਿਹੜਾ ਕਿ ਇਹਨਾਂ ਨੇ ਸਿੰਪਲ ਸੈਕਸ਼ਨਸ ਦੇ ਵਿੱਚ ਹੀ ਸਮਝ ਲਓ ਇਹਨਾਂ ਨੇ ਕਵਰ ਕੀਤਾ ਜੀ ਮੈਟਰ। ਜੀ ਜਿਵੇਂ ਤੁਹਾਡੀਆਂ ਗੱਲਾਂ ਤੇ ਜਾਈਏ ਤਾਂ ਇੱਕ ਗੱਲ ਜਿਹੜੀ ਹੈ ਉਹ ਸਾਫ਼ ਇਸ ਤੋਂ ਨਜ਼ਰ ਆ ਰਹੀ ਹੈ ਕਿ ਐਲੀ ਮੰਗਟ ਕੇਸ ਹੋਏ, ਜਿਵੇਂ ਅਸੀਂ ਐਲੀ ਮੰਗਟ ਹੀ ਕਿਉਂ, ਅਸੀਂ ਜੈਨਰਿਕ ਜੇ ਗੱਲ ਕਰਦੇ ਹਾਂ, ਜੇ ਕੋਈ ਇਸ ਤਰ੍ਹਾਂ ਦੀਆਂ ਹਥਿਆਰਾਂ ਨੂੰ ਪ੍ਰਮੋਟ ਵੀ ਕਰ ਰਿਹਾ ਹੈਗਾ ਜਾਂ ਜਿਹੜਾ ਨੌਜਵਾਨਾਂ ਤੇ ਕੋਈ ਬੁਰਾ ਅਸਰ ਪਾ ਰਿਹਾ ਹੈਗਾ, ਕੋਈ ਉੱਦਾਂ ਦਾ ਗਾਣਾ, ਕੋਈ ਉੱਦਾਂ ਦੇ ਲਫ਼ਜ਼, ਕੋਈ ਉੱਦਾਂ ਦੀ ਸ਼ਬਦਾਵਲੀ, ਅਸੀਂ ਉਹਨਾਂ ਤੇ ਤਾਂ ਵੱਡੀਆਂ ਧਾਰਾਵਾਂ ਲਗਾ ਰਹੇ ਹਾਂ। ਅਸੀਂ ਜਿਹੜੇ ਵੈਪਨਸ ਜਿਹੜੇ ਕਿ ਵਾਈਲ ਸ਼ੂਟਿੰਗ ਯੂਜ਼ ਕਰ ਰਹੇ ਹਾਂ ਜਾਂ ਜਿਹੜੇ ਪ੍ਰੋਹਿਬਿਟਡ ਨਹੀਂ ਨੇ, ਉਹਨਾਂ ਦੇ ਚਲਾਉਣ ਤੇ ਅਸੀਂ ਵੱਡੀਆਂ ਧਾਰਾਵਾਂ ਲਗਾ ਰਹੇ ਹਾਂ। ਤੇ ਜਿੱਥੇ ਜਿਹੜੇ ਪ੍ਰੋਹਿਬਿਟਡ ਵੈਪਨ ਚਲਾ ਰਿਹਾ ਜਾਂ ਚਲਵਾਇਆ ਜਾ ਰਿਹਾ ਹੈ, ਚਲਾ ਰਿਹਾ ਹੈ, ਗੱਲ ਤਾਂ ਚਲੋ ਬਾਅਦ ਚ ਸਾਹਮਣੇ ਆਉਣੀ ਹੈ, ਤੇ ਉਸ ਤੇ ਜਿਹੜੇ ਅਸੀਂ 188 ਲਗਾ ਕੇ ਅਸੀਂ ਗੱਲ ਰਫਾ ਦਫਾ ਕਰ ਰਹੇ ਹਾਂ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਐਲੀ ਮੰਗਟ, ਵੱਡਾ ਗਰੇਵਾਲ ਜਾਂ ਏਦਾਂ ਦੇ ਹੋਰ ਸਿੰਗਰ ਪਸੰਦ ਨਹੀਂ ਤੇ ਸਿੱਧੂ ਮੂਸੇਵਾਲਾ ਫੇਵਰਟ ਹੈ ਉਹਨਾਂ ਦਾ? ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸਣੀ ਚਾਹੁੰਦਾ ਜੀ। ਦੇਖੋ ਪੰਜਾਬ ਦੇ ਵਿੱਚ, ਪੰਜਾਬ 'ਚ ਕੀ ਆਪਾਂ ਦੇਖ ਰਹੇ ਹਾਂ, ਰੋਜ਼ ਦੇਖ ਰਹੇ ਹਾਂ ਰੂਟੀਨ ਦੇ ਵਿੱਚ, ਪਿਛਲੇ 2 ਮਹੀਨਿਆਂ ਤੋਂ ਜਿਹੜਾ ਕਰੋਨਾ ਵਾਇਰਸ ਦਾ ਜੋ ਲੋਕਡਾਊਨ ਕੀਤਾ ਗਿਆ, ਕਿੰਨਾ ਸਖਤ ਦੇਖ ਰਹੇ ਹਾਂ। ਇਸ ਦੌਰਾਨ ਹੀ ਅਸੀਂ ਵੀਡੀਓਜ਼ ਦੇਖੀਆਂ ਕਿ 5-7% ਲੋਕਾਂ ਨੂੰ ਲੋਕਡਾਊਨ ਦੇ ਦੌਰਾਨ ਹੀ ਜਿਹੜਾ ਇੱਕ ਨਿਹੰਗ ਦਾ ਇਨਸੀਡੈਂਟ ਇੱਕ ਹੋਇਆ ਪੰਜਾਬ ਦੇ ASI ਸਾਹਿਬ ਦੇ ਨਾਲ। ASI ਦਾ ਹੱਥ ਕੱਟਿਆ ਗਿਆ। ਰੀਜ਼ਨ ਬਿਹਾਈਂਡ ਕੀ ਸੀ? ਅਸੀਂ ਲੀਗਲੀ ਦੇਖਣਾ ਹੈ, ਅਸੀਂ ਹਰ ਐਂਗਲ ਤੋਂ ਦੇਖਣਾ ਹੈ। ਉਹਦਾ ਹੱਥ ਕੱਟਿਆ ਤਾਂ ਗਿਆ ਕਿਉਂਕਿ ਉਹਨਾਂ ਕੋਲ ਵੈਪਨ ਹੈ ਨਹੀਂ ਸੀ, 6-7 ਮੁਲਾਜ਼ਮ ਸੀ। ਠੀਕ ਹੈ ਜੀ, ਚਲੋ ਉਹ ਮਾੜੀ ਗੱਲ ਸੀ, ਉਹ ਨਹੀਂ, ਦੇਖੋ ਉਹਨਾਂ ਨੇ ਰੋਕਿਆ ਸੀ, ਪੁਲਿਸ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਡਿਊਟੀ ਨਿਭਾ ਰਹੇ ਸੀ। ਪਰ ਹੱਥ ਕੱਟੇ, ਜੇ ਹਥਿਆਰ ਹੁੰਦਾ ਕਦੀ ਕੋਈ ਬੰਦਾ ਕਿਸੇ ਦੇ ਗੱਲ ਨਹੀਂ ਸੀ ਪੈਂਦਾ। ਰੀਜ਼ਨ ਕੀ ਸੀ ਉਹਦੇ ਵਿੱਚ? ਰੀਜ਼ਨ ਕੀ ਆਇਆ? ਸ਼ਾਰਟੇਜ ਆਫ ਵੈਪਨਸ ਕਿਉਂ ਸਾਡੀ ਸਟੇਟ ਦੇ ਕੋਲ ਨੇ? ਕਿਉਂਕਿ ਬਲਕ ਦੇ ਵਿੱਚ ਸਾਡੇ ASIs ਪ੍ਰਮੋਟ ਕਰਦੇ ਨੇ। ਹੁਣ ਇਸ਼ੂ ਇਹ ਹੈ ਕਿ ਇੱਥੇ ਆ ਕੇ ਤੁਸੀਂ ਇੱਕ ਸਿੰਗਰ ਨੂੰ, ਪੰਜਾਬੀ ਸਿੰਗਰ ਨੂੰ ਤੁਸੀਂ ਇੱਕ ਸਪੈਸ਼ਲ ਤੁਸੀਂ ਕਹੋ ਵੀ ਪ੍ਰੋਵਾਈਡ ਕਰਤਾ, ਉਹਨੂੰ ਵੈਪਨ ਵੀ ਪ੍ਰੋਵਾਈਡ ਹੋ ਗਿਆ, ਉਹਨੂੰ ਤੁਸੀਂ ਨਾਲ ਐਮੂਨੇਸ਼ਨ ਵੀ ਦੇ ਰਹੇ ਹੋ ਚਲਾਉਣ ਲਈ। ਨੰਬਰ 1। ਨੰਬਰ 2, ਦੇਖੋ ਕਰੋਨਾ ਵਾਇਰਸ ਟਾਈਮ ਹੀ ਅਸੀਂ ਦੇਖਿਆ ਕਿ 5%, 90-95% ਪੁਲਿਸ ਨੇ ਕੰਮ ਬੜਾ ਵਧੀਆ ਕੀਤਾ। 5-7% ਸਟਾਰਟਿੰਗ ਡੇਜ਼ ਦੇ ਵਿੱਚ ਕਿਸੇ ਦੇ ਜੇ ਕੋਈ ਘਰੋਂ ਸੌਦੇ ਲੈਣ ਗਿਆ, ਕੋਈ ਕਿਨੇਟਿਕ ਤੇ ਆ ਰਿਹਾ, ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ, ਜਿੱਥੇ ਲਾਠੀ ਹੈਗੀ ਹੈ ਉੱਥੇ ਲਾਠੀ ਬੁਰੀ ਤਰ੍ਹਾਂ ਨਾਲ। ਇਹ ਨਹੀਂ ਦੇਖਿਆ ਵੀ ਇਹਦਾ ਕੋਈ ਕੋਜ਼ ਹੋਊਗਾ, ਇਹ ਬਾਹਰ ਗਿਆ ਕੋਈ ਆਪਣੀ ਫੈਮਿਲੀ ਲਈ ਦਵਾਈ ਜਾਂ ਸੌਦਾ ਪੱਤਾ ਲੈਣ ਗਿਆ। 5-7% ਚਲੋ ਅਸੀਂ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਗਏ ਵੀ ਯਾਰ ਕੋਈ ਗੱਲ ਨਹੀਂ, ਸਾਨੂੰ, ਅਸੀਂ ਪੰਜਾਬੀਆਂ, ਸਾਡੀ ਜਾਨ ਨੂੰ ਇਹ ਬਚਾ ਰਹੇ ਨੇ, ਕੋਈ ਗੱਲ ਨਹੀਂ, ਸਾਡੇ ਤੇ ਸਖਤੀ ਕਰ ਲੈਣ। ਇੱਕ ਪਾਸੇ ਤੇ ਪੁਲਿਸ ਦਾ ਉਹ ਰੂਪ, ਤੇ ਦੂਜੇ ਪਾਸੇ ਇਹੀ ਪੰਜਾਬ ਪੁਲਿਸ ਜਿਹੜੀ ਏ, ਉਹ ਸਾਡੇ ਜਿਹੜੇ ਸਿੰਗਰਸ ਨੇ ਪੰਜਾਬ ਦੇ, ਉਹਨਾਂ ਨੂੰ ਤੁਸੀਂ ਆਪ ਜਿਹੜੇ ਤੁਸੀਂ ਇਹ ਲੋਕਡਾਊਨ, ਕੀ ਇਹਨਾਂ ਦੀ ਐਡੀ ਕੀ ਮਜਬੂਰੀ ਹੋ ਗਈ ਸੀ? ਉਹਨੇ ਕਿਸੇ ਬਾਰਡਰ ਤੇ ਜਾਣਾ ਸੀ, ਉਹਨੂੰ ਤੁਸੀਂ ਤਿਆਰ ਕਰਕੇ ਕਿ ਅਸੀਂ ਪੰਜਾਬ ਦੇ ਵਿੱਚ, ਦੇਖੋ 30 ਸਾਲ ਪਹਿਲਾਂ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਅੱਜ ਉਹ 30 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਨੂੰ ਪੰਜਾਬ ਪੁਲਿਸ ਨੇ ਸਰੈਂਡਰ ਕਰਵਾਇਆ ਸੀ ਹੱਥ ਜੋੜ ਕੇ ਸਾਡੇ ਪੰਜਾਬ ਦੇ ਮੁੰਡਿਆਂ ਤੋਂ ਵੀ ਇਹਨੂੰ ਸਰੈਂਡਰ ਕਰ ਦਿਓ, ਇਹੀ AK-47 ਇਹ ਹਥਿਆਰ ਸਰੈਂਡਰ ਕਰ ਦਿਓ, ਤੁਸੀਂ ਜਿਹੜਾ ਰੀਹੈਬਿਲਿਟੇਟ ਕਰੋ, ਚੰਗੇ ਜੀਵਨ 'ਚ ਜਾਓ। ਕਿ ਅੱਜ ਉਹੀ ਦੌਰ ਦੇ ਵਿੱਚ ਇਹੀ ਪੰਜਾਬ ਪੁਲਿਸ ਕਿ ਸਾਨੂੰ ਦੁਬਾਰਾ ਮੁੰਡਿਆਂ ਨੂੰ ਇਹ ਹਥਿਆਰ AK-47 ਦੀ ਤਿਆਰੀਆਂ ਕਰਾ ਕੇ ਕੀ ਇਹਦੇ ਤੇ ਸਾਬਤ ਕਰਨਾ ਵੀ ਆਪਾਂ ਉਹਨੂੰ ਕੋਈ ਟੈਰਰਿਸਟ ਬਣਾਉਣਾ ਹੈ? ਕੀ ਆਪਾਂ ਇਹਦੇ ਤੋਂ ਕੱਢਣਾ ਕੀ ਹੈ? ਮੈਨੂੰ ਤੁਸੀਂ ਇਸ ਗੱਲ ਦਾ ਦੱਸੋ ਕਿ ਮੈਂ ਅੱਜ ਤੱਕ ਮੈਨੂੰ ਇਹਨਾਂ ਦਾ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਇੱਕ ਪਰਪਸ ਸੀ ਇਹਦੇ ਪਿੱਛੇ, ਇਹਨੂੰ ਸਿਖਲਾਈ ਦੇ ਪਿੱਛੇ, ਦੇਖੋ ਮੈਂ ਸ਼ੌਂਕ ਹੋ ਸਕਦਾ ਮੈਂ ਪਿਸਟਲ 32 ਬੋਰ ਇੰਡੀਆ 'ਚ ਮਿਲਦੀ ਏ, 315 ਬੋਰ ਮਿਲਦੀ ਏ, 12 ਬੋਰ ਮਿਲਦੀ ਏ। ਮੈਂ ਇਨ ਫਿਊਚਰ ਸੋਚਦਾ ਕਿ ਯਾਰ ਮੈਂ ਇਹਦੀ ਤਿਆਰੀ ਕਰ ਲਵਾਂ, ਮੈਨੂੰ ਆਪਣੀ ਸੈਲਫ ਡਿਫੈਂਸ ਲਈ, ਮੈਨੂੰ ਕੱਲ ਨੂੰ ਮੈਂ ਅਪਲਾਈ ਕਰੂੰਗਾ। ਇਹ ਜਿਹੜੇ ਵੈਪਨਸ ਨੇ ਇਹਨਾਂ ਨੂੰ ਨੌਨ ਪ੍ਰੋਹਿਬਿਟਡ ਵੈਪਨਸ ਕਹਿੰਦੇ ਆ। ਕਿ AK-47 ਜਿਹੜਾ ਵੈਪਨ ਹੈ, ਮੈਂ ਇਨ ਫਿਊਚਰ, ਮੈਨੂੰ ਨਹੀਂ ਲੱਗਦਾ ਸਿਰਫ ਇੱਕ ਆਰਮਡ ਫੋਰਸਿਸ ਛੱਡ ਕੇ, CRPF ਆਰਮੀ ਜਾਂ ਸਾਡੀ ਜਿਹੜੀ ਪੰਜਾਬ ਪੁਲਿਸ ਹੈ, ਇਹਨਾਂ ਨੂੰ ਛੱਡ ਕੇ ਜਿਹੜੀਆਂ ਆਰਮਡ ਫੋਰਸਿਸ ਹੈਗੀਆਂ ਨੇ, ਕਿਸੇ ਬੰਦੇ ਨੂੰ AK-47 ਦਾ ਕੋਈ ਮਤਲਬ ਹੀ ਨਹੀਂ ਬਣਦਾ। ਵੀ ਮੈਂ ਇਨ ਫਿਊਚਰ ਜੇ ਮੈਂ ਸਿਖਲਾਈ ਅੱਜ ਲੈ ਲੈਣਾ, ਦੇਖੋ ਜੇ ਮੈਂ ਗੱਡੀ ਅੱਜ ਸਿੱਖਦਾ, ਮੈਂ ਕੋਈ ਹੋਰ ਚੀਜ਼ ਸਿੱਖਦਾ, ਤਾਂ ਮੈਨੂੰ ਇਹ ਹੋਊਗਾ ਇਨ ਫਿਊਚਰ ਯਾਰ ਮੈਨੂੰ ਸੌਖਾ ਹੋ ਜਾਊਗਾ, ਮੈਨੂੰ ਗੱਡੀ ਚਲਾਣੀ ਆਉਣੀ ਚਾਹੀਦੀ ਹੈ। ਕਿ AK-47 ਸਿੱਖ ਕੇ ਇਨ ਫਿਊਚਰ ਦੇ ਵਿੱਚ ਆਪਾਂ ਨੂੰ ਕੀ ਇਹਦੇ ਵਿੱਚ ਕੀ ਸੌਖਾਪਣ ਮਿਲਦਾ ਸੀ? ਤੁਸੀਂ ਪੰਜਾਬ ਦੇ ਵਿੱਚ ਤੁਸੀਂ ਆਉਂਦੇ ਹੋ, ਤੁਸੀਂ ਪੰਜਾਬ ਨੂੰ, ਠੀਕ ਹੈ, ਤੁਸੀਂ ਪੰਜਾਬ ਦਾ ਤੁਸੀਂ ਕਲਚਰ ਪ੍ਰਮੋਟ ਕੀਤਾ ਹੈ, ਤੁਸੀਂ ਇਹ ਸਾਂਭਿਆ ਸਾਰਾ ਸੱਭਿਆਚਾਰ, ਬੜਾ ਅੱਛਾ ਤੁਸੀਂ ਗਾਉਂਦੇ ਹੋ, ਅਸੀਂ ਬੜਾ ਐਪਰੀਸ਼ੀਏਟ ਕਰਦੇ ਹਾਂ, ਅਸੀਂ ਵੀ ਤੁਹਾਡੇ ਗਾਣੇ ਸੁਣਦੇ ਹਾਂ। ਇਹ ਨਹੀਂ ਗੱਲ ਹੈਗੀ ਕਿ ਅਸੀਂ ਤੁਹਾਡੇ ਗਾਣੇ ਨਹੀਂ ਸੁਣਦੇ, ਕੋਈ ਅਸੀਂ ਤੁਹਾਡੇ ਕੋਈ ਨਿੱਜੀ, ਕੋਈ ਸਿੱਧੂ ਮੂਸੇਵਾਲੇ ਨਾਲ ਕੋਈ ਸਾਡਾ ਕੋਈ ਨਿੱਜੀ ਕੋਈ ਵਿਰੋਧ ਨਹੀਂ ਹੈਗਾ। ਪਰ ਅਸੀਂ ਇੱਕ ਗੱਲ ਨਾਲ ਜ਼ਰੂਰ ਕਹਿੰਦੇ ਹਾਂ ਕਿ ਪੰਜਾਬ ਦੇ ਉੱਪਰ ਆਪਣੇ ਪਹਿਲਾਂ ਹੀ ਦੇਖੋ ਸਾਡੇ NRI ਵੀਰ ਬਾਹਰ ਬੈਠੇ ਨੇ,
ਹਰ ਬੰਦਾ ਚਿੰਤਾ ਦਾ, ਜਿੱਦਾਂ ਸਾਨੂੰ ਫੋਨ ਸਾਡੇ ਯਾਰ ਮਿੱਤਰ, ਸਾਡੀਆਂ ਦੋਨੇ ਸਿਸਟਰਸ ਮੇਰੀਆਂ ਵੀ ਬਾਹਰ ਨੇ, ਇੱਕ ਅਮਰੀਕਾ ਇੱਕ ਕੈਨੇਡਾ ਹੈਗੇ ਨੇ, ਉਹਨਾਂ ਦਾ ਫੋਨ ਆਉਂਦਾ ਹੈ ਹਮੇਸ਼ਾ, ਚਿੰਤਾ ਇਹੀ ਹੁੰਦੀ ਹੈ ਯਾਰ ਡਰੱਗਸ ਵੱਧ ਚੱਲਿਆ, ਆਹ ਹੋ ਚੱਲਿਆ। ਕੀ ਆਪਾਂ ਨੂੰ ਇਸ ਚੀਜ਼ ਬਾਰੇ ਚਿੰਤਾ, ਦੇਖੋ ਇਹ ਇੱਕ ਰੋਲ ਮਾਡਲ ਲੋਕ ਨੇ। ਅਸੀਂ ਤਾਂ ਕਦੀ ਕਿਸੇ ਕੇਸ ਦੇ ਵਿੱਚ 10 ਮਿੰਟ ਬੋਲਣਾ, 5 ਮਿੰਟ ਬੋਲਣਾ, ਕੋਈ ਵੀ ਪੋਲੀਟੀਕਲ ਬੰਦਾ ਇਸ ਬਾਰੇ ਅੱਜ ਤੱਕ, ਤੁਸੀਂ ਆ ਸਿੱਧੂ ਮੂਸੇਵਾਲਾ ਵਾਲਾ ਹੋਇਆ ਹੈ ਸੀਨ, ਕਿਸੇ ਪੋਲੀਟੀਕਲ ਬੰਦੇ ਨੇ ਕੋਈ 2 ਹਰਫ ਬੋਲੇ ਨੇ? ਕੋਈ, ਸਭ ਸਾਇਲੈਂਟ ਨੇ। ਸੋ ਸਾਨੂੰ ਸਿਰਫ ਇਹ ਹੈ ਕਿ ਦੇਖੋ ਕਾਨੂੰਨ ਸਾਰਿਆਂ ਦੀ, ਅਸੀਂ ਦੇਖੋ ਕਾਨੂੰਨ ਦੀ ਪੜ੍ਹਾਈ ਪੜ੍ਹ ਕੇ ਆਏ ਹਾਂ ਜੀ। ਏਦਾਂ ਮੈਂ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਐਲੀ ਦਾ ਅਸੀਂ ਕੇਸ ਕੀਤਾ, ਐਲੀ ਦੇ ਉੱਪਰ ਇਹਨਾਂ ਨੇ ਫਟਾਫਟ FIR ਰਜਿਸਟਰਡ ਕਰਤੀ ਮੋਹਾਲੀ, ਰੰਧਾਵਾ ਬ੍ਰਦਰਜ਼ ਵਾਲਾ। ਐਲੀ ਦਾ ਜੋ, ਐਲੀ ਨੂੰ ਉੱਥੇ ਉਹਨਾਂ ਨੇ ਕੁੱਟਮਾਰ ਕੀਤੀ, ਜੋ ਉਹਦੇ ਨਾਲ, ਮੈਂ ਹੁਣ ਕੀ ਕਰਾਂ, ਨੰਗਾ ਕਰਕੇ ਜੋ ਉਹਦੇ ਨਾਲ ਜੋ ਕੁਝ ਵੀਡੀਓਜ਼ ਬਣਾਈਆਂ, ਉਹਦੀ ਅਸੀਂ ਫਟਾਫਟ ਜੀ ਉਹਦੀ ਰਿਪੋਰਟ ਦਿੱਤੀ, ਅਸੀਂ ਜ਼ੋਰ ਲਾ ਕੇ ਉਹਦਾ ਅਸੀਂ ਮੈਡੀਕਲ ਕਰਵਾਇਆ। MLR ਦੇ ਵਿੱਚ 13 ਸੱਟਾਂ ਆ ਗਈਆਂ, ਰਿਕਾਰਡ ਸਾਡੇ ਕੋਲ, ਆਰਡਰ ਸਾਡੇ ਕੋਲ। ਅਸੀਂ DGP ਸਾਹਿਬ ਨੂੰ ਨਿੱਜੀ ਜਾ ਕੇ ਮਿਲੇ, ਦਿਨਕਰ ਗੁਪਤਾ ਜੀ ਨੂੰ, ਐਲੀ ਮੰਗਟ ਨਾਲ। ਅਸੀਂ ਕਿਹਾ ਸਾਰਾ ਕੁਝ ਹੋਇਆ, ਆ ਦੇਖੋ ਤੁਹਾਡੇ ਮੁਲਾਜ਼ਮਾਂ ਨੇ ਕਲੀਅਰ ਕੱਟ ਤੇ ਸੱਟਾਂ ਮਾਰੀਆਂ ਨੇ, DSP ਉਹਦੇ ਵਿੱਚ ਸੀ, ਉਹਦੇ ਬਹਿਸਟ ਦੇ ਉੱਪਰ ਸਾਰਾ ਕੁਝ ਹੋਇਆ। ਇਹਦੀ ਕਹਾਣੀ ਮੈਂ ਬਣਾਤੀ ਜੀ, ਸਿੱਟ ਬਣਾਤੀ, ਤੁਹਾਨੂੰ ਵਿਦਿਨ 30 ਡੇਜ਼ ਤੁਹਾਨੂੰ ਇਹਦਾ ਜਸਟਿਸ ਮਿਲੇਗਾ। ਅਸੀਂ ਸੋਚਿਆ, ਮੈਂ ਕਿਹਾ ਕੋਰਟ, ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਯਾਰ ਤੁਸੀਂ ਹਾਈ ਕੋਰਟ ਚਲੇ ਜਾਓ, ਇਹ ਪੰਜਾਬ ਪੁਲਿਸ ਨੇ ਤੁਹਾਨੂੰ ਕੋਈ ਇਨਸਾਫ ਨਹੀਂ ਦੇਣਾ। ਮੈਂ ਬ੍ਰਦਰ ਨੂੰ ਕਿਹਾ, ਮੈਂ ਕਿਹਾ ਯਾਰ ਨਹੀਂ, ਸੀਨੀਅਰ IPS ਆਫੀਸਰਸ ਨੇ ਇੱਕ ਵਾਰੀ, ਕਿਉਂਕਿ ਕੋਰਟ 'ਚ ਵੀ ਜਾਈਏ ਉਹ ਵੀ ਇਹੀ ਕਹਿਣਗੇ ਜੀ ਪਹਿਲਾਂ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ, ਦੇਖ ਲਓ। ਅਸੀਂ ਕੋਰਟ ਨੂੰ, ਮੈਂ ਕਿਹਾ ਨਹੀਂ ਹਜੇ ਇੰਨੀ ਛੇਤੀ ਨਹੀਂ, ਆਪਾਂ ਇੱਕ ਵਾਰੀ ਦੇਖੀਏ। IPS ਆਫੀਸਰ ਇਹ ਸੋਪਨ ਸ਼ਰਮਾ, ਅੱਜ ਕੱਲ੍ਹ ਲੱਗੇ ਨੇ ਰੂਪਨਗਰ ਜੀ, ਉਹਨਾਂ ਦੇ ਥੱਲੇ ਸਿੱਟ ਬਣਾਈ। ਅੱਜ ਮੈਂ ਇਸ ਗੱਲ ਨੂੰ ਤੁਹਾਨੂੰ ਮੈਂ ਕਹਿੰਦਾ, ਮੈਨੂੰ ਸ਼ੇਮਫੁਲ ਵਰਡਸ ਨੇ ਮੇਰੇ ਲਈ, ਮੇਰੀ ਆਪਣੀ ਪੋਜੀਸ਼ਨ ਲਈ, ਕਿ ਅੱਜ ਤੱਕ ਉਹ ਸਿੱਟ ਦੀ ਅੱਜ 9 ਮਹੀਨੇ ਹੋ ਗਏ ਨੇ ਜੀ, ਅੱਜ ਰਿਪੋਰਟ ਆ ਰਹੀ ਹੈ ਉਸ ਸਿੱਟ ਦੀ। ਹੁਣ ਅਲਟੀਮੇਟਲੀ ਅਸੀਂ ਕੋਰਟ ਦੇ ਵਿੱਚ ਗਏ, ਮੈਂ ਕੋਰਟ 'ਚ ਗਿਆ, ਆ 4 ਮਈ ਉਹਦੀ ਡੇਟ ਸੀ। ਬੜਾ ਸੀਰੀਅਸਲੀ ਜਸਟਿਸ ਸ਼ੇਖਰ ਧਵਨ ਨੇ ਟੇਕਅਪ ਕੀਤਾ ਮੈਟਰ। ਮੈਂ ਉੱਥੇ ਸਾਰਾ ਦੱਸਿਆ, ਮੈਂ ਕਿਹਾ ਸਰ ਏਦਾਂ ਏਦਾਂ ਹੋਇਆ, ਆ MLR ਰਿਪੋਰਟਸ, ਐਲੀ ਮੰਗਟ ਨੂੰ ਕੁੱਟਿਆ ਮਾਰਿਆ, ਕਹਿਣਾ ਰਹੀ ਬੰਦਾ ਸੀ, ਉਹਦਾ ਕਸੂਰ ਕੀ ਸੀ? ਸਾਨੂੰ ਤੇ, ਮੈਨੂੰ ਤੇ ਪਰਚੇ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਾ ਵੀ ਉਹਦਾ ਕੀ, ਇੱਕ ਵੀਡੀਓ ਕਲਿੱਪਸ ਦੇ ਬੇਸ ਦੇ ਉੱਪਰ ਤੁਸੀਂ ਇੱਕ ਬੰਦੇ ਨੂੰ ਇੱਥੋਂ ਲੈਵਲ ਦੀ ਜਿਹੜੀ ਕੁੱਟਮਾਰ ਹੋਈ ਹੈ, ਕਿ ਉਹ ਜਦੋਂ ਐਲੀ ਤੇ ਪਰਚਾ ਹੋ ਗਿਆ ਤਾਂ ਕੀ ਜਿਹੜੇ ਪੁਲਿਸ ਮੁਲਾਜ਼ਮ ਨੇ, ਤੁਸੀਂ ਕਿਉਂ ਐਵਰੀ ਟਾਈਮ ਉਹਨਾਂ ਨੂੰ ਸ਼ੀਲਡ ਕਰਦੇ ਹੋ? ਅਸੀਂ ਜੱਜ ਸਾਹਿਬ ਨੂੰ ਪ੍ਰਾਈਜ਼ ਕਰਵਾਇਆ ਜੀ, ਜਸਟਿਸ ਸ਼ੇਖਰ ਧਵਨ ਨੇ ਬੜਾ ਸੀਰੀਅਸਲੀ ਟੇਕਅਪ ਕਰਕੇ, DGP ਪੰਜਾਬ ਨੂੰ ਇਨ ਪਰਸਨ ਆਪਣੀ ਕੋਰਟ ਦੇ ਵਿੱਚ 4 ਮਈ ਲਈ ਸੱਦਿਆ ਸੀ, ਪਰ 4 ਮਈ ਨੂੰ ਕਿਉਂਕਿ ਡਿਊ ਟੂ ਆ ਜਿਹੜਾ ਲੋਕਡਾਊਨ ਹੈ, ਕੋਰਟਸ ਆਪਣੀਆਂ ਪ੍ਰੋਸੀਡਿੰਗਸ ਅਡਜਰਨ ਹੋਇਆ ਮੈਟਰ, ਨੋ ਡਾਊਟ, ਕੋਈ ਗੱਲ ਨਹੀਂ, ਆਉਣ ਵਾਲੇ ਟਾਈਮ 'ਚ ਅਸੀਂ ਦੇਖ ਰਹੇ ਹਾਂ, ਹੁਣ ਕੋਰਟ ਦੇ ਵਿੱਚ ਤੇ ਹੈ ਹੀ ਆ। ਸੋ ਮੈਨੂੰ ਜਿਹੜਾ ਮਤਲਬ ਮੇਰੇ ਲਈ ਇੱਕ ਦੁੱਖ ਵਾਲੀ ਗੱਲ ਹੋਈ ਹੈ ਕਿ ਦੇਖੋ ਅਸੀਂ ਕੋਰਟਾਂ ਦੇ ਵਿੱਚ ਕਾਲਾ ਕੋਟ ਪਾ ਕੇ, ਕੱਲਾ ਮੈਂ ਐਲੀ ਨੂੰ ਇੱਕ ਮੈਂ ਵਾਅਦਾ ਕੀਤਾ ਸੀ, ਮੈਂ ਕਿਹਾ ਐਲੀ ਜੇ ਤੇਰੇ ਨਾਲ ਇਨਸਾਫ ਨਾ ਹੋਇਆ ਤੇ ਮੈਨੂੰ ਇਹ ਕਾਲਾ ਕੋਟ, ਮੈਂ ਜ਼ਿੰਦਗੀ 'ਚ ਲੋਕਾਂ ਨੂੰ ਇਹ ਕਹੂੰਗਾ ਕਿ ਜਸਟਿਸ ਲਈ ਨਹੀਂ ਮੈਂ ਪਾਇਆ, ਇਹ ਮੈਂ ਸਿਰਫ ਆਪਣੇ ਪ੍ਰੋਫੈਸ਼ਨਲਿਜ਼ਮ ਲਈ ਜਾਂ ਇੱਕ ਬਿਜ਼ਨਸ ਲਈ ਪਾਊਂਗਾ। ਮੈਂ ਅੱਗੇ ਤੋਂ ਇਹ ਕਦੀ ਕਿਸੇ ਨਾਲ ਕਮਿਟਮੈਂਟ ਨਹੀਂ ਕਰੂੰਗਾ ਕਿ ਤੈਨੂੰ ਮੈਂ ਜਸਟਿਸ ਕਰਾਊਂਗਾ ਪੰਜਾਬ ਦੇ ਵਿੱਚ, ਕਿਉਂਕਿ ਆਪਣੇ ਆਪ ਜਿਹੜਾ ਵਿਸ਼ਵਾਸ ਇੱਕ ਵਕੀਲ ਦਾ, ਦੇਖੋ ਅਸੀਂ ਕੋਰਟਾਂ ਤੋਂ ਸਭ ਤੋਂ, ਅਸੀਂ ਜੁਡੀਸ਼ਰੀ ਨੂੰ ਸਲੂਟ ਕਰਦੇ ਹਾਂ ਵੀ ਅਲਟੀਮੇਟਲੀ, ਔਰ ਜਿਹੜਾ ਤੁਹਾਨੂੰ ਦੇਣਾ ਜੀ ਇਨਸਾਫ ਦਵਾਉਣਾ ਇੱਕ ਵਕੀਲ ਨੇ ਹੁੰਦਾ ਹੈ। ਸੋ ਅਸੀਂ ਮਿਹਨਤ ਕੀਤੀ ਪੂਰੀ ਓਨੈਸਟੀ ਦੇ ਨਾਲ, ਡੈਡੀਕੇਸ਼ਨ ਨਾਲ, ਸਾਰੀ ਦੁਨੀਆ ਨੇ ਦੇਖਿਆ। ਪਰ ਮੈਂ ਇੱਕ ਵਾਅਦਾ ਵੀ ਉਹਦੇ ਨਾਲ ਕੀਤਾ, ਉਹ ਪਿੱਛੇ ਜੇ ਮੈਨੂੰ 15 ਦਿਨ ਫੋਨ ਆਇਆ, ਕਹਿੰਦਾ ਮੈਂ ਬੜਾ ਭਾਜੀ ਫੈਡ ਅਪ ਆ, ਮੈਂ ਤਾਂ 9 ਮਹੀਨੇ ਦਾ ਇੱਥੇ ਬੈਠਾ, ਮੇਰਾ ਕਾਰੋਬਾਰ ਵੀ ਖਰਾਬ ਹੋ ਗਿਆ, ਮੈਨੂੰ ਦੱਸੋ ਮੈਂ ਕੀ ਕਰਾਂ, ਮੈਨੂੰ ਜਾਣ ਵੀ ਨਹੀਂ ਦੇ ਰਹੇ। ਤਾਂ ਮੈਂ ਉਹਦੇ ਨਾਲ ਇੱਕੋ ਗੱਲ ਕੀਤੀ, ਮੈਂ ਕਿਹਾ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਵੀ ਜੇ ਤੇਰੇ ਨਾਲ ਇਨਸਾਫ ਨਾ ਹੋਇਆ ਤੇ ਮੈਂ ਨੈਕਸਟ ਟਾਈਮ ਤੋਂ ਕਿਸੇ NRI ਜਾਂ ਕਿਸੇ ਦਾ ਕੇਸ ਜੇ ਕਰੂੰਗਾ ਨਾ, ਤੇ ਕਹਿ ਕੇ ਕਰੂੰਗਾ ਕਿ ਬ੍ਰਦਰ ਇਨਸਾਫ ਵਾਲੀ ਗੱਲ ਕੋਈ ਨਹੀਂ, ਜੇ ਆਪਾਂ ਬਿਜ਼ਨਸ ਕਰਨਾ, ਮੈਂ ਇੱਕ ਐਜ਼ ਏ ਬਿਜ਼ਨਸ ਕਹਿਣਾ, ਐਜ਼ ਏ ਪ੍ਰੋਫੈਸ਼ਨਲ ਕਹਿਣਾ, ਆ ਕਾਲਾ ਕੋਟ ਸਿਰਫ ਫੇਸ ਕਰਕੇ ਪਾਊਂਗਾ ਕਿਉਂਕਿ ਮੇਰੀ ਮਜਬੂਰੀ ਹੈ, ਲਾਣ ਨੂੰ ਮੇਰਾ ਦਿਲ ਨਹੀਂ ਕਰਦਾ ਨੈਕਸਟ ਟਾਈਮ ਤੋਂ ਪਾਉਣ ਲਈ ਵੀ, ਪਰ ਇੱਕ ਪ੍ਰੋਫੈਸ਼ਨਲਿਜ਼ਮ ਹੁੰਦਾ ਇੱਕ ਹਰ ਬੰਦੇ ਦੇ ਵਿੱਚ, ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਆਪਣਾ, ਇਹ ਸਾਡੇ ਲਈ ਕਿੱਤਾ ਵੀ ਹੈ ਕਿ ਸਾਨੂੰ ਇਹ ਕਰਨਾ ਪੈਣਾ। ਇੱਕ ਚੀਜ਼ ਮੈਂ ਅੱਜ ਫਸਟ ਟਾਈਮ ਮੈਂ ਪੁਨੀਤ ਜੀ ਤੁਹਾਡੇ ਚੈਨਲ ਦੇ ਥਰੂ ਅੱਜ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂਗਾ ਮੈਮ, ਅਸੀਂ ਚਲੋ ਸਿੰਗਰਸ ਤੇ ਹੈ ਹੀ ਨਹੀਂ, ਅਸੀਂ ਜਿਹੜਾ ਇੱਕ ਅਟੈਕ ਹੋਇਆ ਸੀ ਨਾ ਬਾਬਾ ਜੀ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦਾ ਤੇ ਉਹ ਭਿੰਡਰਾਂ ਵਾਲਾ ਗਰੁੱਪ ਏ, ਛਬੀਲ ਮੈਟਰ ਹੋਇਆ ਸੀ ਲੁਧਿਆਣੇ ਦੇ ਵਿੱਚ, ਉਹਦੇ ਅਸੀਂ ਦੋਵੇਂ, ਅਸੀਂ ਪ੍ਰੋਸੀਕਿਊਸ਼ਨ, ਅਸੀਂ ਮੇਨ, ਅਸੀਂ ਉਸ ਕੇਸ ਦੇ ਅਸੀਂ ਲਾਇਰਸ ਹਾਂ ਜੀ, ਠੀਕ ਹੈ ਜੀ। ਸਾਰਾ CBI ਤੱਕ ਉਹ ਸਾਰੇ ਕੇਸ ਜਿਹੜੇ ਨੇ ਉਹ ਸੁਪਰੀਮ ਕੋਰਟ ਆਫ ਇੰਡੀਆ, ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੱਕ ਅਸੀਂ ਦੇਖੇ। ਤਾਂ ਮੈਮ ਜਦੋਂ ਅਸੀਂ ਪੁਨੀਤ ਜੀ ਉਸ ਕੇਸ ਦੇ ਵਿੱਚ ਹਾਇਰ ਹੋਏ, 2016 ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ, ਸੁਰੇਸ਼ ਅਰੋੜਾ ਸਾਹਿਬ ਸੀਗੇ DGP, ਤਾਂ ਉਹਨਾਂ ਨੇ ਸਾਡੇ ਨਾਲ, ਕਿਉਂਕਿ ਇਹ ਇੱਕ ਹਾਈਲਾਈਟਡ ਮੈਟਰ ਸੀ, ਦੂਸਰੇ ਪਾਸਿਓਂ ਗਰੁੱਪ ਜਿਹੜਾ ਉਹ ਸਾਡੇ ਸਿੱਖਾਂ ਦਾ ਹੀ ਗਰੁੱਪ ਹੈ, ਪਰ ਉਹ ਵੱਡਾ ਗਰੁੱਪ ਹੈ, ਉਹ ਵੀ ਜਿਹੜਾ ਭਿੰਡਰਾਂ ਵਾਲੇ ਦਾ ਗਰੁੱਪ ਹੈ ਜੀ, ਉਹਨਾਂ ਨੇ ਸਾਡੇ ਨਾਲ ਸਿਕਿਉਰਿਟੀ ਅਟੈਚ ਕਰਤੀ ਦੋਵਾਂ ਭਰਾਵਾਂ ਨਾਲ 2016 ਚ। ਜਦੋਂ ਮੈਡਮ ਅਸੀਂ ਪੁਨੀਤ ਜੀ ਇਹ ਕੇਸ ਅਸੀਂ ਐਲੀ ਮੰਗਟ ਵਾਲਾ ਪੁੱਟ ਅਪ ਕੀਤਾ, ਕਿਉਂਕਿ ਉਸ ਤੋਂ ਇਲਾਵਾ ਵੀ ਚਲੋ ਕਾਫੀ ਕੇਸ ਸਾਡੇ ਕੋਲ ਮਤਲਬ ਸੈਂਸਿਟਿਵ ਮੈਟਰ ਸੀਗੇ,
20 ਸਤੰਬਰ 2019 ਨੂੰ ਜਦੋਂ ਅਸੀਂ ਇਹ ਸਾਰਾ ਮੈਟਰ ਜਾ ਕੇ ਪੁੱਟ ਅਪ ਕੀਤਾ, ਅਸੀਂ ਕਿਹਾ ਜੀ ਪੁਲਿਸ ਨੇ ਤਸੱਦਦ ਕੀਤਾ ਹੈ। ਦੇਖੋ ਹੁਣ ਅਸੀਂ ਲਾਇਰਸ ਹਾਂ, ਸਾਡਾ ਕੰਮ ਤਾਂ ਕੀ ਹੈ, ਸਾਡਾ ਕੰਮ ਹੈਗਾ ਕਿ ਅਸੀਂ ਲੋਕਾਂ ਲਈ ਅਸੀਂ ਕੇਸ ਲੜੀਏ। ਤਾਂ ਮੈਡਮ 20 ਸਤੰਬਰ ਨੂੰ ਜਦੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ, ਕਾਫੀ ਨਿਊਜ਼ ਚੈਨਲਸ ਨੇ ਡੀਜੀਪੀ ਆਫਿਸ ਬਾਹਰ ਆ ਕੇ ਲਈ, ਤਾਂ ਵਿਦਿਨ 2 ਆਵਰਸ ਸਾਡੀ ਦੋਵਾਂ ਭਰਾਵਾਂ ਦੀ ਸਿਕਿਉਰਿਟੀ ਸਾਰੀ ਉਤਾਰਤੀ। ਸਾਡੇ ਨਾਲ ਉਦੋਂ ਦੋਵਾਂ ਭਰਾਵਾਂ ਨਾਲ 3 ਗਨਮੈਨ ਮੇਰੇ ਨਾਲ ਅਟੈਚ ਸੀ, 3 ਬ੍ਰਦਰ ਨਾਲ ਅਟੈਚ ਸੀ। ਤਾਂ ਮੈਨੂੰ ਪਤਾ ਵੀ ਮੈਂ ਰਾਤ ਨੂੰ ਸਿਰਫ ਉੱਥੇ ਚੰਡੀਗੜ੍ਹ ਆਪਣੇ ਕਿਸੇ ਯਾਰ ਦੋਸਤ ਨੂੰ ਫੋਨ ਕੀਤਾ, ਉੱਥੇ ਰਾਤ ਅਸੀਂ ਉਹਨਾਂ ਦੇ ਘਰੇ ਰੁਕੇ। ਅਗਲੇ ਦਿਨ ਮੈਂ ਆਪਣੀਆਂ ਫੋਰਚੂਨਰ ਓਡੀ ਕਾਰਾਂ ਛੱਡ ਕੇ ਮੈਂ ਉੱਥੋਂ ਟੈਕਸੀ ਕਾਰ ਕਰਕੇ ਮੈਂ ਫਤਿਹਗੜ੍ਹ ਸਾਹਿਬ ਪਹੁੰਚਿਆ। ਔਰ ਜਿਹੜੇ ਸਾਡੇ ਨਾਲ ਸਿਕਿਉਰਿਟੀ ਅਟੈਚ ਸੀ ਉਹਨਾਂ ਨੂੰ ਸਟ੍ਰਿਕਟ ਫੋਨ ਕੀਤਾ ਗਿਆ ਵੀ ਅਦਰਵਾਈਜ਼ ਸਾਨੂੰ ਮੈਡਮ ਮੈਂ ਕਾਨੂੰਨ ਪੜ੍ਹਿਆ ਜੀ, ਮੈਨੂੰ ਪਤਾ ਜਿਹੜੀ ਸਿਕਿਉਰਿਟੀ ਤੁਹਾਡੇ ਨਾਲ ਅਟੈਚ, ਮੇਰੇ ਨਾਲ 4 ਸਾਲ ਦੇ ਗਨਮੈਨ ਮੇਰੇ ਨਾਲ ਅਟੈਚ ਸੀ, ਉਹਨਾਂ ਦਾ ਫਰਜ਼ ਬਣਦਾ ਵੀ ਪ੍ਰੋਟੈਕਟੀ ਨੂੰ ਅਖੀਰਲੇ ਟਾਈਮ ਉਹਦੇ ਘਰ ਤੱਕ ਪਹੁੰਚਾ ਕੇ ਆਉਣਗੇ। ਔਰ ਉਹਨਾਂ ਨੂੰ ਸਖਤ ਹਦਾਇਤ ਕੀਤੀ ਗਈ, ਅੱਜ ਮੈਂ ਫਸਟ ਟਾਈਮ ਤੁਹਾਡੇ ਚੈਨਲ ਦੇ ਥਰੂ ਮੈਂ ਚੀਜ਼ ਦੱਸੀ ਹੈ, ਉਹਨਾਂ ਨੂੰ ਸਖਤ ਹਦਾਇਤ ਇਹ ਕੀਤੀ ਗਈ ਵੀ 1 ਘੰਟੇ ਦੇ ਵਿੱਚ ਤੁਸੀਂ ਘਰ ਆ ਜਾਓ। ਉਸ ਤੋਂ ਬਾਅਦ ਮੈਡਮ ਮੈਂ ਕਿਉਂਕਿ ਦੇਖੋ ਅਸੀਂ ਇਹ ਕੇਸਾਂ ਦੇ ਵਿੱਚ ਉਧਰੋਂ ਵੀ ਸਾਡੀਆਂ ਡੇ ਟੂ ਡੇ ਸਾਡੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਸੀਗਾ, ਟ੍ਰਾਇਲ ਚੱਲ ਰਿਹਾ ਲੁਧਿਆਣੇ ਸੈਸ਼ਨ ਜੱਜ ਦੀ ਕੋਰਟ 'ਚ। ਹੋਰ ਸਾਡੇ ਕਾਫੀ ਸੈਂਸਿਟਿਵ ਮੈਟਰਸ ਨੇ, ਮਤਲਬ ਤੁਸੀਂ ਕਹ ਲਓ ਵੀ ਜਿਵੇਂ ਇੱਥੇ ਡਬਲ ਮਰਡਰ ਕੇਸ ਸਾਡੇ ਪਟਿਆਲੇ ਕਾਫੀ, ਚਲੋ ਮੈਂ ਕਹਿਣਾ ਵੀ ਅਸੀਂ ਜ਼ੋਰ ਲਗਾ ਰਹੇ ਹਾਂ ਜੀ। ਉਸ ਤੋਂ ਬਾਅਦ ਸਾਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਅਸੀਂ ਆਪਣਾ ਦੋਵਾਂ ਜਣਿਆਂ ਨੇ ਮੈਟਰ ਰੱਖਿਆ। ਲਗਭਗ 1.5 ਮਹੀਨਿਆਂ ਬਾਅਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਡੇ ਦੋਵਾਂ ਭਰਾਵਾਂ ਦੀ ਸਿਕਿਉਰਿਟੀ ਬਹਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਕੀ ਰੀਜ਼ਨ ਹੈ, ਕਿ ਇਹਦਾ ਮਤਲਬ ਫਿਰ ਇੱਕ ਲਾਇਰ ਜਿਹੜਾ ਭਾਵੇਂ ਅਸੀਂ ਕੌਂਸਲ ਹਾਈ ਕੋਰਟ ਦਾ, ਭਾਵੇਂ ਮੈਂ ਪ੍ਰਾਈਵੇਟ ਵਕਾਲਤ ਕਰ ਰਿਹਾ, ਮੈਂ ਕ੍ਰਿਮੀਨਲ ਸਾਈਡ ਤੇ ਵਕਾਲਤ ਕਰ ਰਿਹਾ, ਤੁਸੀਂ ਜਿਹੜੀ ਇੱਕ ਥ੍ਰੈਟ ਪਰਸੈਪਸ਼ਨ ਨੂੰ ਤੁਸੀਂ ਕੀ ਸਮਝਦੇ ਹੋ? ਹੁਣ ਮੈਂ ਇੱਥੇ ਇੱਕ ਮਿੰਟ ਦਾ ਟਾਈਮ ਤੁਹਾਡੇ ਕੋਲ ਲਵਾਂਗਾ ਜੀ। ਚਲੋ ਸਾਡੀ ਹਾਈ ਕੋਰਟ ਨੇ ਸਾਡੀ ਜਿਹੜੀ ਸਿਕਿਉਰਿਟੀ ਸੀ ਉਹਨਾਂ ਨੇ ਉੱਥੋਂ ਬਹਾਲ ਕੀਤੀ। ਹੁਣ ਸਿਮਰਨਜੀਤ ਬੈਂਸ ਸਾਹਿਬ ਨੇ ਲੁਧਿਆਣੇ ਤੋਂ MLA ਨੇ, ਚਲੋ ਇੱਕ ਹਰੇਕ ਬੰਦੇ ਦਾ ਆਪਣਾ ਕਿਸੇ ਦਾ ਪੁਆਇੰਟ ਆਫ ਵਿਊ ਹੋ ਸਕਦਾ ਹੈ। ਸੇਮ ਚੀਜ਼ ਹੀ ਜਿਹੜੀ ਹੁਣ ਬੈਂਸ ਸਾਹਿਬ ਨਾਲ ਹੋਈ ਹੈ ਸਾਡੇ ਨਾਲ ਤਾਂ ਇਹ ਸਤੰਬਰ ਮਹੀਨੇ 'ਚ ਹੋ ਗਈ ਸੀਗੀ, ਸਿਕਿਉਰਿਟੀ ਵਿਡਰਾ ਕਰਨ ਵਾਲੀ ਗੱਲ ਜੀ। ਹਾਂਜੀ ਸਿਮਰਜੀਤ ਸਿੰਘ ਬੈਂਸ ਦੀ ਵੀ ਸਿਕਿਉਰਿਟੀ ਅਜੇ ਹਾਲ ਹੀ ਵਿੱਚ ਵਾਪਸ ਲਈ ਗਈ ਆ। ਇੱਕ ਟਾਈਮ ਬਹੁਤ ਥੋੜਾ ਰਹਿ ਗਿਆ, ਇੱਕ ਆਖਰੀ ਸਵਾਲ, 2 ਸਵਾਲ ਕਰਾਂਗੀ, ਉਹਦਾ ਜਵਾਬ ਤੁਸੀਂ ਇੱਕੋ ਰਲਾ ਕੇ ਦੇ ਦਿਓ। ਇੱਕ ਤੇ ਕਿ ਜਦੋਂ ਹਾਈ ਪ੍ਰੋਫਾਈਲ ਕੇਸਿਸ ਹੁੰਦੇ ਨੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਜਿਹੜੀ ਹੈ ਇਹ ਦੱਬ ਜਾਂਦੀ ਹੈਗੀ ਹੈ, ਕਿਉਂਕਿ ਤੁਹਾਡੀਆਂ ਗੱਲਾਂ ਦੇ ਹਿਸਾਬ ਨਾਲ ਇੱਥੇ ਪਾਰਸ਼ੈਲਿਟੀ ਜਿਹੜੀ ਹੈ ਸਿੰਗਰ ਦਰ ਸਿੰਗਰ ਨਜ਼ਰ ਆ ਰਹੀ ਹੈ, ਪ੍ਰੋਫਾਈਲ ਤੇ ਪ੍ਰੋਫਾਈਲ ਨਜ਼ਰ ਆ ਰਹੀ ਹੈ, ਪੁਲਿਸ ਵਰਸਸ ਪੁਲਿਸ ਇੱਥੇ ਹੋ ਰਿਹਾ ਹੈ। ਤੇ ਦੂਜੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਪੂਰਾ ਦਾ ਪੂਰਾ ਤੁਸੀਂ ਇੱਕ ਆਵਾਜ਼ ਚੱਕੀ ਹੈਗੀ ਆ ਉਹਨਾਂ ਦੇ ਇੱਕ ਜਸਟਿਸ ਨੂੰ ਲੈ ਕੇ, ਇੱਥੇ ਵੀ ਜਿਹੜਾ ਵਾਅਦਾ ਐਲੀ ਨੂੰ ਕੀਤਾ ਸੀ ਕਿ ਇਹ ਕਾਲਾ ਕੋਟ ਦਿਲ ਨਾਲ ਨਹੀਂ ਪਾਇਆ ਜਾਊਗਾ, ਇਹ ਸਿਰਫ ਬਿਜ਼ਨਸ ਹੋਊਗਾ, ਕਿ ਸਿੱਧੂ ਮੂਸੇਵਾਲੇ ਕੇਸ 'ਚ ਵੀ ਇਦਾਂ ਦੀ ਸੌ ਹੈ? ਮੈਂ ਇੱਕ ਚੀਜ਼ ਅੱਜ ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਤੁਹਾਡੇ ਚੈਨਲ ਦੇ ਥਰੂ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜਾ ਸਿੱਧੂ ਮੂਸੇਵਾਲੇ ਨੂੰ ਨਾ ਆਪਾਂ ਚਲੋ ਮੀਡੀਆ ਦੇ ਥਰੂ ਜਾਂ ਇਹ ਚੀਜ਼ ਆਪਾਂ ਨੂੰ ਲੱਗ ਰਹੀ ਹੈ ਕਿ ਸ਼ਾਇਦ ਸਿੱਧੂ ਮੂਸੇਵਾਲਾ ਇਸ ਮੈਟਰ ਦੇ ਵਿੱਚ ਇਨਵੋਲਵ ਹੈ, ਸ਼ਾਇਦ ਪੁਲਿਸ ਨੇ ਬਾਇਸ ਹੋ ਕੇ ਸਿੰਪਲ ਸੈਕਸ਼ਨਸ ਦਿੱਤੀਆਂ ਨੇ। ਪਰ ਮੇਰਾ ਜੋ ਮੰਨਣਾ ਹੈ ਮੈਡਮ, ਸਿੱਧੂ ਮੂਸੇਵਾਲਾ ਜਿਹੜਾ ਹੈ ਉਹ +2 ਤੋਂ ਬਾਅਦ ਫਰਦਰ ਸਟੱਡੀਜ਼ ਲਈ ਬਾਹਰ ਗਿਆ ਸੀ, ਹੋ ਸਕਦਾ ਉਹ ਅਵੇਅਰ ਨਾ ਹੁੰਦਾ ਇਸ ਮੈਟਰ ਦੇ ਵਿੱਚ ਕਿਉਂਕਿ ਡਾਇਰੈਕਟਲੀ ਪੁਲਿਸ ਇਨਵੋਲਵ ਹੈ ਜੀ। ਇਹ ਵੀ ਇੱਕ ਐਂਗਲ ਇਹ ਵੀ ਹੋ ਸਕਦਾ ਵੀ ਪੁਲਿਸ ਡਾਇਰੈਕਟਲੀ ਇਨਵੋਲਵ ਹੈ, ਸੋ ਇਹਦੇ ਕਰਕੇ ਜਿਹੜੀਆਂ ਸੌਫਟ ਸੈਕਸ਼ਨਸ ਆਪਾਂ ਕਹਿੰਦੇ ਆ, ਸਿੰਪਲ ਸੈਕਸ਼ਨਸ ਇਨਕੋਰਪੋਰੇਟ ਕੀਤੀਆਂ ਨੇ। ਮੈਂ ਇਹ ਇਸ ਗੱਲ ਲਈ ਨਹੀਂ ਵੀ ਆਪਾਂ ਠੀਕ ਇੱਕ ਸਿੱਧੂ ਮੂਸੇਵਾਲਾ ਉਹ ਤਾਂ ਤੁਸੀਂ ਕਹ ਲਓ ਅਵੇਅਰ ਨਹੀਂ ਹੋ ਸਕਦਾ ਇੰਡੀਅਨ ਕਾਨੂੰਨ ਦਾ। ਜਿਹੜੇ DSP ਰੈਂਕ ਸਰ, ਮੈਂ ਇੰਨੇ ਐਜੂਕੇਟਡ ਲੋਕ ਜਿਨ੍ਹਾਂ ਨੇ ਡਾਇਰੈਕਸ਼ਨਸ ਦਿੱਤੀਆਂ, ਅਸੀਂ ਉਹਨਾਂ ਨੂੰ ਕਿਉਂ ਨਹੀਂ ਅਸੀਂ ਪਹਿਲਾਂ ਉਹਦਾ FIR ਦੇ ਵਿੱਚ ਬਾਈ ਨੇਮ ਉਹ ਇਨਵੋਲਵ ਨਹੀਂ, ਗਨਮੈਨ ਤੇ ਉਹ ਦੂਜੇ ਇਨਵੋਲਵ ਕਰਤੇ ਨੇ। ਹੁਣ ਕਰ ਕੀ ਦਿੱਤਾ ਜੀ, ਉਹਦੇ ਤੇ ਡਿਪਾਰਟਮੈਂਟਲ ਇਨਕੁਆਇਰੀ ਬਣਾਤੀ ਆਫਟਰ ਸਮ ਟਾਈਮ, ਤੁਸੀਂ ਦੇਖ ਲਿਓ ਅੰਡਰ ਦੀ ਕਾਰਪੈਟ ਹੋ ਜਾਣੀਆਂ ਕਿ ਇਹਦਾ ਡਿਪਾਰਟਮੈਂਟ ਤੁਸੀਂ ਇਮੀਡੀਏਟ ਐਕਸ਼ਨ ਲਓ। ਤੁਸੀਂ ਕਿੰਨਾ ਟਾਈਮ ਸ਼ੀਲਡ ਕਰੋਗੇ ਆਫੀਸਰਸ ਨੂੰ? ਜਿੱਥੇ ਕੋਈ ਆਫੀਸਰ ਗਲਤ ਕਰ ਰਿਹਾ ਹੈ, ਦੇਖੋ ਇੰਡੀਆ ਦੇ ਵਿੱਚ ਅਸੀਂ ਰੋਜ਼ ਦੇਖਦੇ ਹਾਂ ਕਾਨੂੰਨ ਦੇ ਵਿੱਚ ਕੀ ਹੈ ਕਿ ਜਿੱਥੇ ਕੋਈ ਪੁਲਿਸ ਆਪ ਕੋਈ ਆਫੀਸਰ, ਕੋਈ ਇਹਨਾਂ ਦਾ ਆਪਣਾ ਮੁਲਾਜ਼ਮ, ਕੋਈ ਹੋਰ ਕੋਈ ਤਗੜਾ, ਤਾਂ ਉੱਥੇ ਤਾਂ FIRs ਜਿਹੜੀਆਂ ਨੇ ਉਹ ਬੜੀਆਂ ਦੇਖ ਕੇ ਸੈਕਸ਼ਨਸ ਪੁਣ ਕੇ ਜੇ ਆਮ ਬੰਦਾ ਹੈ ਤਾਂ ਲਾ ਦੋ, ਜੋ ਹੈ ਲਾਓ, ਜੋ ਬਣਦਾ ਹੈ ਲਾ ਦੋ। ਸੋ ਇੱਥੇ ਆ ਕੇ ਚਲੋ ਅਸੀਂ ਆਪਣੇ ਕੰਮ ਨਾਲ ਪਿਆਰ ਕਰਦੇ ਹਾਂ, ਸਲੂਟ ਕਰਦੇ ਹਾਂ। ਦੇਖੋ ਸਾਨੂੰ ਇਸ ਕੇਸ ਦੇ ਵਿੱਚ ਸਿੱਧੂ ਵਾਲਾ ਜਿਹੜਾ ਮੈਟਰ ਮੂਸੇਵਾਲੇ ਵਾਲਾ ਹੈ, ਕੋਈ ਨਿੱਜੀ ਸਾਨੂੰ ਉਹਦੇ ਨਾਲ ਕੋਈ ਨਹੀਂ, ਬੱਚੇ ਨੇ ਬੜੀ ਤਰੱਕੀ ਕੀਤੀ ਹੈ, ਪਿੰਡਾਂ ਤੋਂ ਉੱਠ ਕੇ ਬੱਚੇ ਗਏ ਨੇ, ਅਸੀਂ ਕੋਈ ਇਹਦੇ ਇਹ ਨਹੀਂ। ਪਰ ਜਿਹੜੇ ਕਾਨੂੰਨ ਨੂੰ ਹੱਥ ਚ ਲਿਆ ਉਹਦੇ ਚ ਭਾਵੇਂ DSP ਹੈ, ਭਾਵੇਂ ਸਿੱਧੂ ਹੈ, ਭਾਵੇਂ SSP ਹੈ, ਭਾਵੇਂ ਕੋਈ ਹੋਰ ਵੱਡਾ ਆਫੀਸਰ ਹੈ, ਉਹਨੇ ਤੇ ਬਣਦੀ ਕਾਰਵਾਈ ਕਾਨੂੰਨ ਦੇ ਮੁਤਾਬਕ ਕੀਤੀ ਜਾਵੇ। ਸਾਡਾ ਹੋਰ ਕੋਈ ਇਹਦੇ ਵਿੱਚ ਕੋਈ ਨਿੱਜੀ ਸਾਡਾ ਕੋਈ ਇਹ ਨਹੀਂ ਵੀ ਅਸੀਂ ਏਡਾ ਕੋਈ ਜਜ਼ਬਾਤੀ ਨਹੀਂ ਹੋਗੇ ਵੀ ਹਾਂ ਵੀ ਅਸੀਂ ਸਿੱਧੂ ਤੇ ਬਾਕੀ ਛੱਡਣੀਆਂ ਨੇ, ਕਿਉਂਕਿ ਮੈਂ ਕੋਈ ਕੌਂਸਲ ਦੀ ਸਟੇਟ ਦਾ
ਜਾਂ ਮੈਂ ਕੋਈ ਹਜੇ ਮੈਨੂੰ ਕਿਸੇ ਅਦਾਰੇ ਨੇ ਕੌਂਸਲ ਮੇਰੇ ਤੋਂ ਇੱਕ ਲੀਗਲ ਓਪੀਨੀਅਨ ਲਈ ਹੈ, ਮੈਂ ਆਪਣੀ ਲੀਗਲ ਓਪੀਨੀਅਨ ਦੇ ਦਿੱਤੀ ਹੈ। ਐਲੀ ਦੇ ਅਸੀਂ ਕੌਂਸਲ ਹਾਂ, ਉਹਦੇ ਅਸੀਂ ਵਕੀਲ ਹਾਂ, ਜਿਹਨੇ ਸਾਨੂੰ ਵਕੀਲ ਨਿਯੁਕਤ ਕੀਤਾ, ਉਹ ਸੈਪਰੇਟ ਇਸ਼ੂ ਹੈ। ਮਤਲਬ ਮੇਰੇ ਜੀ ਮੈਡਮ, ਮੈਂ ਲਾਸਟ ਦੇ ਵਿੱਚ ਮੈਂ ਜੋ ਕਹਾਂਗਾ, ਜੋ ਮੈਨੂੰ ਲੱਗਦਾ ਹੈ ਕਿ ਜਿਵੇਂ ਐਲੀ ਮਾਗਟ ਦੇ ਨਾਲ ਉਸ ਟਾਈਮ ਪੁਲਿਸ ਦੀ ਸ਼ੈਡੋ ਥੱਲੇ ਐਲੀ ਮਾਗਟ ਨੇ ਗੋਲੀਆਂ ਨਹੀਂ ਸੀ ਚਲਾਈਆਂ, ਐਲੀ ਮਾਗਟ ਦੇ ਅਗੇਂਸਟ ਫੁੱਲ ਫਲੈਜਡ ਆਇਆ FIR। ਮੈਂ ਵੀ ਕਹਿਣੀ ਚਾਹੁੰਦਾ ਕਿ ਜੇ ਸਿੱਧੂ ਮੂਸੇਵਾਲਾ ਕਿਸੇ ਫੰਕਸ਼ਨ 'ਚ ਗਿਆ ਜਾਂ ਉਹ ਕਿਤੇ ਕੱਲਾ ਹੁੰਦਾ ਤਾਂ ਗੋਲੀਆਂ ਚਲਾਉਂਦਾ, ਫੇਰ ਗੱਲ ਹੋ ਸੀ। ਹੁਣ ਕਿਉਂਕਿ ਡਾਇਰੈਕਟਲੀ ਪੁਲਿਸ ਇਨਵੋਲਵ ਹੈ, ਔਰ ਮੈਨੂੰ ਆਪਾਂ ਇੱਥੋਂ ਤੱਕ ਹੀ ਨਹੀਂ, ਇੱਕ DSP ਲੈਵਲ ਹੀ ਨਹੀਂ ਹੈਗਾ ਇਹਦੇ ਤੇ, ਜੇਕਰ ਇਨਵੈਸਟੀਗੇਸ਼ਨ ਕੀਤੀ ਜਾਵੇ ਵੱਡੇ ਲੈਵਲ ਦੇ ਲੋਕ ਵਿੱਚ ਇਨਵੋਲਵ ਹੋਣਗੇ। ਸੋ ਮੈਟਰ ਨੂੰ ਸਿਰਫ ਵਿਦਆਊਟ ਉਹਨੂੰ ਤੁਸੀਂ ਖਾ ਲਓ ਵੀ ਇੱਕ ਇਨਵੈਸਟੀਗੇਟ ਕੀਤੇ ਆ, ਉਹਨੂੰ ਮੈਟਰ ਨੂੰ ਫਟਾਫਟ ਕਵਰ ਅਪ ਕੀਤਾ ਗਿਆ। ਸੋ ਮੇਰਾ ਲਾਸਟ ਇਹੀ ਕਹਾਂਗਾ ਵੀ ਮੈਟਰ ਪੁਲਿਸ ਵਰਸਸ ਪੁਲਿਸ ਹੈ। ਸੋ ਇਹਦੇ ਕਰਕੇ ਇਸ ਮੈਟਰ ਦੇ ਵਿੱਚ ਜਿਹੜੀਆਂ ਸੈਕਸ਼ਨਸ ਨੇ ਉਹ ਸਿੰਪਲ ਸੈਕਸ਼ਨਸ ਲੰਗੀਆਂ। ਇੱਕ ਮੈਂ ਐਡਵਾਈਸ ਕਰ ਦੂੰਗਾ ਲਾਸਟ, ਕਿਉਂਕਿ ਮੈਨੂੰ ਲੱਗਦਾ ਟਾਈਮ ਤੁਹਾਡੇ ਕੋਲ ਘਟਦਾ ਜਾਂਦਾ। ਇਹਦੇ ਚ ਨਾ ਹੁਣ FIRs ਤਾਂ 2 ਹੋ ਗਈਆਂ ਨੇ, ਇੱਕ ਧਨੂਲੇ ਤੇ ਇੱਕ ਧੂਰੀ, ਹਨਾ ਜੀ, ਸਿੰਪਲ ਸੈਕਸ਼ਨਸ ਨੇ। ਸੋ ਇਹ DGP ਸਾਹਿਬ ਨੂੰ ਅਸੀਂ ਆਪਣੇ ਵੱਲੋਂ ਮੈਨੂੰ ਲੱਗਦਾ ਕੱਲ ਨੂੰ ਅਸੀਂ ਰਿਪਰੈਜ਼ੈਂਟੇਸ਼ਨਸ ਵੀ ਅਸੀਂ ਭੇਜ ਰਹੇ ਹਾਂ, ਸਭ ਕੁਝ ਕਰ ਰਹੇ ਹਾਂ ਵੀ ਇਹਨੂੰ ਤੁਸੀਂ ਫਟਾਫਟ ਸਿੱਟ ਹਜੇ ਵੀ ਬਣਾ ਦਿਓ। ਸਿੱਟ ਹਜੇ ਵੀ ਜਾ ਕੇ ਇਹਨਾਂ ਨੂੰ ਪੈਮਾਨੇ ਕੱਟੇ, ਇਹ ਸਿੱਧੂ ਵੀ ਉੱਥੇ ਜਾ ਕੇ ਉੱਥੇ ਸ਼ਾਮਲ ਤਫਤੀਸ਼ ਹੋਵੇ, ਹਨਾ, ਜਿਵੇਂ ਪੁਲਿਸ ਬੁਲਾਉਂਦੀ ਹੈ। ਫਿਰ ਉਹ ਤੋਂ ਬਾਅਦ ਤਫਤੀਸ਼ ਕਰਨ ਕਿੱਥੇ ਕੌਣ ਗਿਆ, ਖੋਲ ਕਿੱਥੋਂ ਆਏ ਨੇ, ਗੋਲੀਆਂ ਕਿੱਥੋਂ ਲਈਆਂ ਨੇ, ਕੀ ਲੀਗਲ ਹੈ ਇਲੀਗਲ ਹੈ, ਵੈਪਨ ਕਿੱਥੋਂ ਆਏ ਨੇ, ਕੌਣ ਇਨਵੋਲਵ ਹੈ, ਪਿੱਛੋਂ ਕਿਹਦੇ ਫੋਨ ਆਏ ਨੇ। ਸੋ ਇਹ ਬਰਨਾਲਾ ਜਾਂ ਸੰਗਰੂਰ ਪੁਲਿਸ ਤੋਂ ਨਹੀਂ ਕਰਵਾਉਣਾ, ਇਹ ਬਿਊਰੋ ਆਫ ਇਨਵੈਸਟੀਗੇਸ਼ਨ ਚੰਡੀਗੜ੍ਹ ਕਰੇ, ਠੀਕ ਹੈ। ਤੇ ਉਹਦੇ ਵਿੱਚ ਸਾਡੀ ਜਿਹੜੀ ਸਿੱਟ ਦੀ ਰਿਪੋਰਟ ਹੋਊਗੀ, ਉਹ ਰਿਪੋਰਟ ਦੇ ਬੇਸ ਤੇ ਬਾਅਦ ਚ ਇਨਕੋਰਪ ਹੋ ਜਾਏਗਾ। ਇਹ ਕੋਈ ਹੈ ਨਹੀਂ ਵੀ FIR ਦੇਤੀ ਤੇ ਇਦੋਂ ਬਾਅਦ ਜਿਹੜੀਆਂ ਸੈਕਸ਼ਨਸ ਅਸੀਂ ਦੱਸ ਰਹੇ ਹਾਂ ਲੀਗਲੀ, ਉਹ ਹੋ ਸਕਦੀਆਂ ਲੇਟਰ ਔਨ ਐਡ ਹੋ ਜਾਣਗੀਆਂ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਜੀ। ਸੋ ਇਹ ਹੈਗਾ ਵੀ ਮਾਮਲੇ ਨੂੰ ਪੂਰਾ ਜਦੋਂ ਆਪਾਂ ਟੇਕਅਪ ਕਰ ਹੀ ਲਿਆ, DGP ਸਾਹਿਬ ਨੇ ਇੰਨੇ ਅੱਛੇ ਤਰੀਕੇ ਨਾਲ, ਹਨਾ, ਚਲੋ ਉਹਨਾਂ ਦਾ ਕੰਮ ਦਾ ਆਪਣਾ ਸਟਾਈਲ ਹੈ, ਬੜਾ ਵਧੀਆ ਤਰੀਕੇ ਨਾਲ ਕਰ ਰਹੇ ਨੇ। ਚਲੋ ਥੱਲੇ ਆਫੀਸਰਸ ਨੇ ਥੋੜਾ ਜਿਹਾ ਸੀਰੀਅਸਲੀ ਟੇਕਅਪ ਕਰਕੇ ਸਿੱਟ ਬਣਾਉਣ, ਜੇ ਦਿਲ ਤੋਂ ਕੰਮ ਕਰਨਾ ਹੈ। ਤੇ ਜੇ ਆਪਾਂ ਗੁੰਗਲਾਂ ਤੋਂ ਮਿੱਟੀ ਝਾੜਨੀ ਹੈ, ਫਿਰ ਤਾਂ ਉਹ ਤਾਂ ਝੜੀ ਗਈ। ਇੱਕ ਮੈਂ ਲਾਸਟ ਮੈਸੇਜ ਦਵਾਂਗਾ ਜੀ, ਭਾਵੇਂ ਸਿੱਧੂ ਮੂਸੇਵਾਲਾ ਜੀ, ਭਾਵੇਂ ਐਲੀ ਮਾਗਟੇ, ਭਾਵੇਂ ਕਰਨ ਔਜਲਾ, ਜਿੰਨੇ ਵੀ ਹੁਣ ਸਿੰਗਰਸ ਆਪਣੇ ਇੱਥੇ ਚੱਲ ਰਹੇ ਨੇ, ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਵੀ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਨਾ, ਅਸੀਂ ਬੜੀ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਹਾਂ। ਮੈਂ ਇਹ ਗੱਲ ਕਹਾਂਗਾ ਕਿ ਜੀ ਪਲੀਜ਼ ਕੁਛ ਨਾ ਕੁਛ ਅੱਛਾ ਮੈਸੇਜ ਦੇਣ। ਮੈਂ ਨੋ ਡਾਊਟ ਸਿੱਧੂ ਮੂਸੇਵਾਲਾ ਸ਼ਾਇਦ ਇਸ ਟਾਈਮ ਟੌਪ ਤੇ ਹੀ ਹੋਵੇ, ਠੀਕ ਹੈ ਜੀ, ਉਹਦੀ ਫੈਨ ਫਾਲੋਅਰਸ ਵੀ ਬਹੁਤ ਨੇ। ਮੈਂ ਇਹ ਚੀਜ਼ ਕਹਿੰਦਾ ਕਿ ਪੰਜਾਬ ਦਾ ਯੂਥ ਸਾਡਾ ਅੱਗੇ ਹੀ ਬੜੇ, ਅਸੀਂ ਗਲਤ ਪਾਸੇ ਲੱਗੇ ਹਾਂ। ਡਰੱਗਸ ਦਾ ਇੱਥੇ ਬੜਾ ਵੱਡਾ ਸਾਡੇ ਮੁੱਦਾ ਬਣਿਆ ਜੀ। ਹਜੇ ਹੁਣੇ ਅਸੀਂ 10 ਸਾਲ 15 ਸਾਲ ਹੋਏ ਨੇ, ਅਸੀਂ ਟੈਰੋਰਿਜ਼ਮ ਤੋਂ ਅਸੀਂ ਲੋਕ ਉੱਠੇ ਹਾਂ, ਸਾਡੀ ਬਾਰਡਰ ਸਟੇਟ ਹੈ। ਸੋ ਮੈਂ ਇਹ ਜ਼ਰੂਰ ਮੈਸੇਜ ਤੁਹਾਡੇ ਜਰੀਏ ਮੈਂ ਦੇਣਾ ਚਾਹੁੰਦਾ ਵੀ ਪਲੀਜ਼ ਕੁਛ ਨਾ ਕੁਛ ਅੱਛਾ ਮੈਸੇਜ ਦਵੋ। ਇਹ ਮੂਸੇਵਾਲਾ ਸਾਹਿਬ, ਤੁਹਾਨੂੰ ਬਹੁਤ ਲੋਕ ਤੁਹਾਨੂੰ ਲਾਈਕ ਕਰਦੇ ਨੇ। ਜਦੋਂ ਤੁਸੀਂ ਹੱਥ 'ਚ ਫੜ ਕੇ ਪੁਲਿਸ ਤੋਂ ਬੰਦੂਕ ਚਲਾਓਗੇ ਤਾਂ ਬੱਚੇ ਕਿਉਂ ਨਾ, ਤੁਸੀਂ ਕਹ ਲਓ ਵੀ ਆਮ ਘਰਾਂ ਦੇ ਵਾਲੇ ਬੱਚੇ ਕਹਿਣਗੇ ਜੀ ਸਾਨੂੰ ਵੀ ਹਥਿਆਰ ਲੈ ਕੇ ਦਿਓ। ਇਹ ਮੈਮ ਇਹਨਾਂ ਨੂੰ ਇੱਕ ਮੈਂ ਇੱਥੇ ਹੋਰ ਦੱਸਣਾ, ਇਹਨਾਂ ਨੂੰ ਪ੍ਰੋਬਲਮ ਵੀ ਆਉਣ ਵਾਲੀ ਹੈ ਸਾਡੀ। ਦੇਖੋ, ਜਦੋਂ ਵਰਦੀ ਦਾ ਸਾਡੇ ਲੋਕਾਂ ਤੇ ਡਰ ਖਤਮ ਹੁੰਦਾ ਜਾਂਦਾ, ਜਿਹੜਾ ਇੱਕ ਪੁਲਿਸ ਦੀ ਵਰਦੀ ਦਾ ਡਰ, ਦੇਖੋ ਇਹਦੇ 'ਚ ਮੈਂ ਕੋਈ ਉਹ ਨਹੀਂ ਕਹਿਣਾ। ਦੇਖੋ, ਪੁਲਿਸ ਦੀ ਵਰਦੀ ਦਾ ਜਿਹੜਾ ਡਰ ਹੈ ਜੀ, ਉਹ ਰਹਿਣਾ ਚਾਹੀਦਾ ਹੈ। ਤਾਂ ਹੀ ਕ੍ਰਿਮੀਨਲ ਜਿਹੜੇ ਹੈਗੇ ਨੇ ਉਹ ਘੱਟ ਪੈਦਾ ਹੋਣਗੇ, ਸਾਡਾ ਜਿਹੜਾ ਲਾ ਐਂਡ ਆਰਡਰ ਉਹ ਮੇਨਟੇਨ ਰਹੇਗਾ। ਜਦੋਂ ਪੁਲਿਸ ਨੇ ਆਪ ਮੁਹੱਈਆ ਕਰਵਾ ਰਹੀ ਹੈ 147, ਜਿਹੜੇ ਉਹਦੇ ਬੱਚੇ ਜਾਂ ਯੰਗ ਬੰਦੇ ਉਹਨੂੰ ਦੇਖਣ ਵਾਲੇ ਨੇ, ਸਿੱਧੂ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਨੇ ਕਹਿਣਾ ਜੀ ਸਾਡਾ ਤਾਂ ਆਪਣਾ ਸਿੰਗਰ ਆ, ਦੇਖੋ ਜੀ ਹੱਥ 'ਚ 147, ਇਹ ਕੀ ਪੁਲਿਸ ਹੁੰਦੀ ਹੈ। ਖਾਕੀ ਦਾ ਡਰ ਕਿਉਂ ਘਟਦਾ ਜਾਂਦਾ? ਨਿਹੰਗ ਨੇ ਉੱਥੇ ਹੱਥ ਵੱਢਿਆ, ਜਲੰਧਰ ਉਹ ਮੁੰਡੇ ਨੇ, ਉਹ ਬੁਲਟ ਤੇ ASI ਦੇਖਿਆ ਤੁਸੀਂ, ਤਰਨਤਾਰਨ ਇੱਕ ਘਰ ਦੇ ਵਿੱਚ ਪੁਲਿਸ ਨੂੰ ਅੰਦਰ ਵਾੜ ਕੇ ਗੇਟ ਬੰਦ ਕਰਕੇ ਉਹਨਾਂ ਨੇ ਕੁੱਟਿਆ ਪਿੱਛੇ 6 ਮਹੀਨੇ ਸਾਲ ਪਹਿਲਾਂ। ਉਹ ਕੇਸ ਮੇਰੇ ਕੋਲ ਆਇਆ, ਤਰਨਤਾਰਨ ਦੇ ਉਹ ਬੰਦੇ ਨੇ ਭੁੱਲਰ ਜੀ, ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਕੇਸ ਕਰੋ। ਮੈਂ ਕਿਹਾ ਮੇਰੀ ਸਿਕਿਉਰਿਟੀ ਉਹਨਾਂ ਦਿਨਾਂ 'ਚ ਉਤਰੀ ਹੋਈ ਸੀ ਅਲੀ ਵਾਲੇ ਕੇਸ 'ਚ। ਮੈਂ ਕਿਹਾ ਮੈਂ ਬਿਲਕੁਲ ਕੇਸ ਨਹੀਂ ਕਰਨਾ। ਮੈਂ ਇਹ ਨਹੀਂ ਹੈਗਾ ਕਿ ਮੈਂ ਹਰ ਥਾਂ ਤੇ ਮੈਂ ਪੁਲਿਸ ਦੀ ਉਲਟ ਨਹੀਂ, ਤੁਸੀਂ ਪੁਲਿਸ ਨੂੰ ਅੰਦਰ ਵੜ ਕੇ ਤੁਸੀਂ ਗੇਟ ਬੰਦ ਕਰਕੇ ਪੁਲਿਸ ਨੂੰ ਕੁੱਟਿਆ, ਇਦਾਂ ਨਹੀਂ, ਇਹ ਗੱਲ ਨਹੀਂ ਕਰਨੀ ਹੈਗੀ। ਅਸੀਂ ਉਹਨੂੰ ਮਨਾ ਕੀਤਾ, ਫਿਰ ਉਹਨੇ ਕੋਈ ਹੋਰ ਐਡਵੋਕੇਟ ਕੀਤਾ। ਸੋ ਆ ਹੁਣੇ ਹਰੀਕੇ ਦੇਖਿਆ, ਉਹ ਕਿਉਂ ਪੁਲਿਸ ਨੂੰ ਧੱਕੇ, ਕਿਉਂ ਪੁਲਿਸ ਦਾ ਰੋਬ ਹੌਲੀ ਹੌਲੀ ਕੁਝ ਕੁ ਲੋਕ ਪੁਲਿਸ ਦਾ ਰੋਬ ਜਿਹੜਾ ਉਹ ਖਤਮ, ਵਰਦੀ ਦੀ ਜਿਹੜੀ ਇੱਕ ਵਰਦੀ ਦੀ ਟੋਰ ਹੈ, ਜਾਂ ਤੁਸੀਂ ਕਹਿ ਲਓ ਵਰਦੀ ਦੀ ਜਿਹੜੀ ਇੱਕ ਡਰ ਹੈ ਉਸ ਵਰਦੀ ਦਾ, ਉਹ ਡਰ ਡੈਫੀਨੇਟਲੀ ਘਟਦਾ ਜਾਊਗਾ। ਜਦੋਂ ਅਸੀਂ ਆਪ ਹੀ ਵਰਦੀ ਵਾਲੇ ਨਾਲ ਉਹਨਾਂ ਨੂੰ ਜਦੋਂ ਗਲਤ ਕੰਮ ਕਰਾਉਣ ਤੇ ਆ ਗਏ ਤਾਂ ਡੈਫੀਨੇਟਲੀ ਆਮ ਲੋਕੀ, ਤੁਸੀਂ ਨਾਕੇ ਤੇ ਪਹਿਲਾਂ ਕਦੀ ਨਹੀਂ ਸੀ ਹੋਇਆ ਕਦੀ ਪੁਲਿਸ ਦੇ ਗਲ ਪੈਂਦਾ। ਤੁਹਾਡੇ ਕੰਸਰਨਸ ਜਿਹੜੇ ਆ ਉਹ ਬਿਲਕੁਲ ਸਮਝ ਵਿੱਚ ਆ ਰਹੇ। ਨਾਲ ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਬਾਕੀ ਸਿੰਗਰਸ ਜਿਹੜੇ ਨੇ
ਉਹ ਕਿਤੇ ਇਹਨਾਂ ਜਿਹੜੀਆਂ ਧਾਰਾਵਾਂ, ਜਿਹੜੀਆਂ ਲਾਈਟ ਧਾਰਾਵਾਂ ਲਗਾਈਆਂ ਨੇ, ਉਸ ਨੂੰ ਦੇਖ ਕੇ ਕਿਤੇ ਉਹਨਾਂ ਦੇ ਵੀ ਹੱਥ ਇਦਾਂ ਨਾ ਖੁੱਲ ਜਾਣ, ਕਿਉਂਕਿ ਜਿਹੜੇ ਹਾਈ ਪ੍ਰੋਫਾਈਲ ਲੋਕ ਹੁੰਦੇ ਨੇ ਉਹਨਾਂ ਦੇ ਵਿਗੜਨ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਨੌਜਵਾਨਾਂ ਦੇ ਨਾਲ। ਸੋ ਤੁਸੀਂ ਪੂਰੀ ਜਾਣਕਾਰੀ ਦਿੱਤੀ, ਤੁਸੀਂ ਕਿਸ ਤਰ੍ਹਾਂ ਕੇਸ ਟੇਕ ਅਪ ਕਰ ਰਹੇ ਹੋ ਤੁਸੀਂ ਉਹ ਵੀ ਦੱਸਿਆ। ਇਸ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਟੇ ਸੇਫ। ਥੈਂਕਸ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ।